ਨੰਗੇ ਪੈਰਾਂ ਦਾ ਸਫ਼ਰ, ਦਲੀਪ ਕੌਰ ਟਿਵਾਣਾ। ਇਤਿਹਾਸ ਦੇ ਸਫ਼ਿਆਂ ਉੱਤੇ ਲਿਖੇ ਜਾਣ ਤੋਂ ਬਹੁਤ ਚਿਰ ਪਹਿਲਾਂ ਕੁਝ ਲੋਕਾਂ ਦੇ ਪਿੰਡਿਆਂ ਉੱਪਰ ਲਿਖਿਆ ਜਾਂਦਾ ਹੈ। ਇਹ ਸਵੈ ਜੀਵਨੀ ਸਮਰਪਿਤ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਤਿਹਾਸ ਨੂੰ ਆਪਣੇ ਪਿੰਡਿਆਂ ਉੱਪਰ ਲਿਖਿਆ ਜਾਣਾ ਜਰਦੇ ਨੇ। ਜੇ ਪਿਛਾਂਹ ਮੁੜ ਕੇ ਦੇਖਾਂ ਤਾਂ ਸਭ ਤੋਂ ਪਹਿਲਾਂ ਉਹ ਅਮੀਰ ਘਰ ਯਾਦ ਆਉਂਦਾ ਹੈ, ਜਿੱਥੇ ਇੱਕ ਗਰੀਬਣੀ ਜਿਹੀ ਔਰਤ ਰਹਿੰਦੀ ਸੀ, ਜਿਸ ਨੂੰ ਮੈਂ ਮਾਂ ਆਖਦੀ ਸੀ, ਤੇ ਉਹ ਬਾਪੂ ਜੀ ਦੀ ਵੀ ਮਾਂ ਸੀ। ਅਮੀਰ ਘਰ ਵਿੱਚ ਗਰੀਬਣੀ ਜਿਹੀ ਔਰਤ ਕਿਸ ਤਰ੍ਹਾਂ ਆ ਗਈ, ਮੈਂ ਨਹੀਂ ਜਾਣਦੀ। ਸ਼ਾਇਦ ਇਸ ਲਈ ਕਿ ਬਾਬਾ ਜੀ ਦਾ ਉਹ ਪਹਿਲਾ ਵਿਆਹ ਨਹੀਂ ਸੀ, ਸ਼ਾਇਦ ਇਸ ਲਈ ਕਿ ਉਹਨਾਂ ਦਾ ਘਰ ਐਡਾ ਵੱਡਾ ਸੀ ਕਿ ਹੁਣ ਕਿਸੇ ਵੱਡੇ ਘਰ ਨਾਲ ਰਿਸ਼ਤਾ ਜੋੜਨਾ ਉਹਨਾਂ ਲਈ ਕੋਈ ਖਾਸ ਅਰਥ ਨਹੀਂ ਸੀ ਰੱਖਦਾ। ਸ਼ਾਇਦ ਉਹ ਜਾਣਦੇ ਸਨ ਕਿ ਵੱਡੀਆਂ ਔਰਤਾਂ ਬਣਨ ਦੀ ਸਮਰੱਥਾ ਬਹੁਤ ਹੀ ਵੱਡਿਆਂ ਘਰ ਦੀਆਂ ਕੁੜੀਆਂ ਵਿੱਚ ਨਹੀਂ ਹੁੰਦੀ। ਸ਼ਾਇਦ ਉਸ ਔਰਤ ਦਾ ਰੰਗ ਰੂਪ ਉਸ ਵੱਡੇ ਘਰ ਦੇ ਮੇਚਦਾ ਸੀ। ਇਸ ਲਈ ਪਿੰਡ ਦੇ ਇਸ 7 ਚੁਬਾਰਿਆਂ ਵਾਲੇ ਅਮੀਰ ਘਰ ਵਿੱਚ, ਜਿੱਥੇ ਸ਼ੀਸ਼ੇ ਲੱਗੇ ਹੋਏ ਸਨ, ਬਲੌਰ ਲੱਗੇ ਹੋਏ ਸਨ, ਜਿੱਥੇ ਸੋਨਾ ਤਕੜੀਆਂ ਨਾਲ ਤੋਲਿਆ ਜਾਂਦਾ ਸੀ, ਉਸ ਕੋਲ ਦੀਵਾ ਸਿਲਾਈ ਦੀ ਡੱਬੀ ਮੰਗਵਾਉਣ ਜੋਗੇ ਪੈਸੇ ਨਹੀਂ ਸੀ ਹੁੰਦੇ। ਕਿੰਨੇ ਦਿਨ ਉਹ ਪੈਸੇ ਮੰਗਣ ਦਾ ਹੌਸਲਾ ਨਾ ਕਰ ਸਕਦੀ ਤੇ ਹਾਰੇ ਵਿੱਚ ਪਾਥੀ ਦੱਬ ਕੇ ਦੂਜੇ ਡੰਗ ਲਈ ਅੱਗ ਸਾਂਭਦੀ ਰਹਿੰਦੀ। ਜਦੋਂ ਤੇਰੀ ਵੱਡੀ ਭੂਆ ਜੀ ਦਾ ਵਿਆਹ ਸੀ ਤਾਂ ਮਲੌਦ ਵਾਲੇ ਰਾਜੇ ਨੇ ਰੋਟੀ ਕੀਤੀ ਸੀ ਸਾਰੀ ਬਰਾਤ ਨੂੰ। ਆਪਣੇ ਪਿੰਡ ਤੋਂ ਲੈ ਕੇ ਮਲੌਦ ਤਾਈਂ 3 ਕੋਹਾਂ ਵਿੱਚ ਜੰਝ ਹੀ ਜੰਝ ਸੀ। ਰੱਥ, ਘੋੜੇ, ਹਾਥੀ ਤੇ ਮੋਟਰ ਕਾਰਾਂ। ਆਪਣੇ ਪਿੰਡਾਂ ਦੇ ਲੋਕਾਂ ਨੇ ਉਦੋਂ ਪਹਿਲੀ ਵਾਰ ਮੋਟਰ ਕਾਰਾਂ ਦੇਖੀਆਂ ਸੀ। ਉਹ ਮੈਨੂੰ ਇਉਂ ਦੱਸਦੀ ਜਿਵੇਂ ਕੋਈ ਬਾਤ ਪਾ ਰਹੀ ਹੋਵੇ, ਤੇ ਮੰਗਤੇ ਨੂੰ ਖੈਰ ਪਾਉਂਦਿਆਂ ਉਹ ਤਰੈ ਕੇ ਆਲੇ ਦੁਆਲੇ ਦੇਖਦੀ। ਖੈਰ ਪਾਉਂਦੀ ਉੱਚੀ ਉੱਚੀ ਆਖਦੀ, ਜਾ ਬਾਬਾ ਗਾਹਾਂ ਜਾ। ਤੁਰ ਪੈਂਦੇ ਨੇ ਬਗਲੀਆਂ ਪਾ ਕੇ, ਬਾਈ ਕੋਈ ਕੰਮ ਕਰੋ ਜਾ ਕੇ, ਰੱਬ ਨੇ ਹੱਥ ਪੈਰ ਦਿੱਤੇ ਨੇ। ਜਿਵੇਂ ਬਾਹਰੋਂ ਖੈਰ ਪਾਉਣ ਨਹੀਂ, ਸਾਧੂ ਨੂੰ ਸ਼ਸ਼ਕੇਰਨ ਹੀ ਆਈ ਹੋਵੇ। ਛੋਟੀ ਧੀ ਉਸਨੂੰ ਇਉਂ ਝਿੜਕਦੀ ਜਿਵੇਂ ਉਹ ਕੋਈ ਲਾਗਣ ਥੱਥਣ ਹੋਵੇ, ਤੇ ਮੁੰਡਾ ਉਸਦਾ ਕਈ ਵਾਰੀ ਇਸ ਗੱਲੋਂ ਤਲਖ ਹੋ ਜਾਂਦਾ ਕਿ ਉਹ ਨੰਗੇ ਪੈਰੀ ਤੁਰੀ ਫਿਰਦੀ ਰਹਿੰਦੀ ਸੀ। ਚੰਗੇ ਕੱਪੜੇ ਸੰਦੂਕ ਵਿੱਚ ਰੱਖ ਛੱਡਦੀ ਸੀ ਤੇ ਪਾਟੇ ਚਿੱਟੇ ਪਾਈ ਰੱਖਦੀ ਸੀ। ਉਹਨਾਂ ਸਾਹਮਣੇ ਉਹ ਚੁੱਪ ਰਹਿੰਦੀ ਤੇ ਮੈਨੂੰ ਨਿੱਕੀ ਜਿਹੀ ਨੂੰ ਉਂਗਲੀ ਲਾਈ ਕੋਠੇ ਤੇ ਜਾ ਕੇ ਆਖਦੀ, ਲੈ ਹੈ ਕਮਲੇ, ਘਰ ਹੀ ਜੁੱਤੀ ਪਾਈ। ਘਰ ਹੀ ਜੁੱਤੀ ਪਾਈ ਰੱਖੂੰਗੀ ਤਾਂ ਟੁੱਟ ਨਹੀਂ ਜਾਊਗੀ, ਨਾਲੇ ਚੰਗੇ ਲੀੜੇ ਤਾਂ ਆਉਣ ਜਾਣ ਨੂੰ ਰੱਖੀਦੇ ਨੇ। ਇਹ ਤਾਂ ਮੇਰੀ ਛੋਟੀ ਭੈਣ ਹੈ, ਬਾਪੂ ਜੀ ਮਖੌਲ ਨਾਲ ਮੈਨੂੰ ਆਖਦੇ, ਸ਼ਾਇਦ ਇਸ ਲਈ ਕਿ ਦਾਦੀ ਮਾਂ ਨੇ ਨਿੱਕੀ ਜਿਹੀ ਨੂੰ ਮੈਨੂੰ ਆਪਣਾ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ ਸੀ। ਤੇ ਹੈਰਾਨੀ ਦੀ ਗੱਲ ਇਹ ਸੀ ਕਿ ਮੇਰੇ ਲਈ ਦਾਦੀ ਮਾਂ ਦੇ ਦੁੱਧ ਉਤਰ ਆਇਆ ਸੀ। ਮੇਰੀ ਉਮਰ ਉਦੋਂ ਇਹਨਾਂ ਗੱਲਾਂ ਉੱਤੇ ਵਿਚਾਰ ਕਰਨ ਜੋਗੀ ਨਹੀਂ ਸੀ ਕਿ ਬੀਬੀ ਦੀ ਥਾਂ ਦਾਦੀ ਮਾਂ ਨੇ ਕਿਉਂ ਦੁੱਧ ਚੁੰਘਾਇਆ। ਪਰ ਕੁਝ ਨਹੀਂ, ਮੈਂ ਜਦੋਂ ਕਿਸੇ ਗੱਲੋਂ ਮਾਂ ਦੀ ਹਮਾਇਤ ਵਿੱਚ ਖੜੋ ਜਾਂਦੀ ਤਾਂ ਬਾਬਾ ਜੀ ਨੂੰ ਗੁੱਸੇ ਵਿੱਚ ਹਾਸਾ ਆ ਜਾਂਦਾ। ਆਪਣੇ ਬਾਬਾ ਜੀ ਨੂੰ ਆਖ ਮੇਰੇ ਮਰਨ ਤੋਂ ਪਹਿਲਾਂ ਗੰਗਾ ਨਮਾ ਲਿਆਵੇ। ਉਸਨੇ ਇੱਕ ਦਿਨ ਜਦੋਂ ਮੈਨੂੰ ਆਖਿਆ ਤਾਂ ਮੈਂ ਕਿਹਾ, ਮਾਈ ਤੂੰ ਹੀ ਆਖ ਦੇ। ਉਸ ਦਿਨ ਉਸਨੇ ਬਾਬਾ ਜੀ ਨੂੰ ਆਪ ਆਖਣ ਦਾ ਹੌਸਲਾ ਕਰ ਲਿਆ। ਬੋਲੀ, ਗੁਲਾਬ ਕੌਰ ਦੇ ਬਾਪੂ ਜੀ, ਤੇਰੀ ਪੋਤੀ ਆਖਦੀ ਹੈ ਸਾਨੂੰ ਗੰਗਾ ਹੀ ਨਮਾ ਲਿਆ। ਜਾਗਟ ਪਾਉਂਦਿਆਂ ਬਾਬਾ ਜੀ ਨੇ ਜਦੋਂ ਮੁੜ ਕੇ ਉਸ ਵੱਲ ਝਾਕੇ ਤਾਂ ਜਿਵੇਂ ਥਥਲਾ ਗਈ। ਬੋਲੀ, ਨਹੀਂ ਆਹੋ ਚੰਗਾ, ਤੇਰੀ ਮਰਜ਼ੀ ਹੈ, ਚਲੋ ਚੱਲਾਂਗੇ। ਜਦੋਂ ਬਾਬਾ ਜੀ ਨੇ ਆਖ ਦਿੱਤਾ ਤਾਂ ਉਹ ਸਾਰਾ ਦੁਪਹਿਰਾ ਖੋਨੀ ਵਿੱਚ ਕੁੱਜਿਆਂ ਵਿੱਚ ਪਾ ਕੇ ਰੱਖੇ ਸੰਦੂਕ 'ਚ ਲੀਰਾਂ 'ਚ ਬੰਨ ਕੇ ਲੁਕੋ ਰੱਖੇ ਪੈਸੇ ਲੱਭਦੀ ਰਹੀ, ਜਿਹੜੀ ਸੋਚਦੀ ਸੀ ਕਿ ਗੰਗਾ ਤੇ ਜਾ ਕੇ ਪੁੰਨਦਾਨ ਕਰਕੇ ਆਉਂਗੀ। ਨਹੀਂ ਲੱਭਦੇ ਤਾਂ ਰਹਿਣ ਦੇ ਮਾਂ, ਬਾਬਾ ਜੀ ਦੀ ਜੇਬ 'ਚ ਬਥੇਰੇ ਪੈਸੇ ਹੁੰਦੇ ਨੇ, ਜਦੋਂ ਕੁੜਤਾ ਲਾ ਕੇ ਕੀਲੇ ਤੇ ਟੰਗਣਗੇ ਮੈਂ ਕੱਢ ਕੇ ਲਿਆ ਦੂੰ। ਜਦੋਂ ਮੈਂ ਆਖਿਆ ਤਾਂ ਰਾਮ ਰਾਮ ਆਖਦੀ ਨੇ ਉਸਨੇ ਕੰਨਾਂ ਨੂੰ ਹੱਥ ਲਾਏ ਤੇ ਬੋਲੀ, ਚੋਰੀ ਨਹੀਂ ਕਰਦੀ ਕਦੇ, ਨਹੀਂ ਤਾਂ ਅਗਲੇ ਜਨਮ ਰੱਬ ਤੇਲ ਦੇ ਤਪਦੇ ਕੜਾਹ 'ਚ ਡਬੋਂਦਾ, ਅੰਗਿਆਰਾਂ ਤੋਂ ਦੀ ਤੋਰਦਾ, ਦਰਖਤ ਨਾਲ ਪੁੱਠੇ ਟੰਗ ਦਿੰਦਾ, ਜਮਦੂਤ ਕੋਰੜੇ ਮਾਰਦੇ ਨੇ,
ਅਗਲੇ ਜਨਮ ਕੁੱਤੇ ਬਿੱਲੇ ਦੀ ਜੂਨ ਮਿਲਦੀ ਹੈ। ਤੇ ਮੈਂ ਭੈਭੀਤ ਹੋ ਕੇ ਇਹ ਸਭ ਸੁਣਦੀ ਰਹੀ। ਤੇ ਇੱਕ ਵਾਰੀ ਨਾਭੇ ਜਾਣ ਲੱਗੇ ਬਾਬਾ ਜੀ ਉਸ ਨੂੰ ਗਿਣ ਕੇ 100 ਰੁਪਇਆ ਫੜਾ ਗਏ ਤੇ ਮੇਰੇ ਪਿੱਛੇ ਪਟਿਆਲਿਓ ਵੱਡੀ ਬੀਬੀ ਦੇ ਪ੍ਰਾਹੁਣੇ ਨਾ ਆ ਜਾਣ। ਲੀਰ 'ਚ ਬੰਨੀ ਕਦੇ ਉਹਨਾਂ ਰੁਪਈਆਂ ਨੂੰ ਉਹ ਕੋਠੀ 'ਚ ਰੱਖ ਦੇਵੇ, ਕਦੇ ਸੰਦੂਕ ਵਿੱਚ, ਕਦੇ ਤੂੜੀ ਵਾਲੇ ਅੰਦਰ ਤੂੜੀ ਹੇਠ ਲੁਕੋ ਕੇ ਆਵੇ। ਸਾਰਾ ਦਿਨ ਉਸ ਨੂੰ ਪਤਾ ਹੀ ਨਾ ਲੱਗੇ ਕਿ ਇੰਨੇ ਸਾਰੇ ਰੁਪਏ ਉਹ ਕਿੱਥੇ ਰੱਖੇ। ਰਾਤ ਨੂੰ ਉਸਨੇ ਸਰਾਣੇ ਰੱਖ ਲਏ। ਸਾਰੀ ਰਾਤ ਨੀਂਦ ਨਾ ਆਈ। ਸਵੇਰੇ ਮੈਨੂੰ ਆਖਣ ਲੱਗੀ, ਤਾਂ ਹੀ ਤਾਂ ਸਾਧੂ ਮਹਾਤਮਾ ਆਖਦੇ ਨੇ ਵੀ ਬਹੁਤੀ ਮਾਇਆ ਦਾ ਸੰਤਾਪ ਦਾ ਘਰ ਹੈ। ਹੁਣ ਮੈਂ ਕੰਮ ਧੰਦਾ ਵੀ ਕਰਨਾ ਹੈ, ਕਿੱਥੇ ਰੱਖਾਂ ਰੁਪਏ? ਡਰ ਲੱਗਦਾ ਕਿਧਰੇ ਖੋ ਨਾ ਜਾਣ। ਮੇਰੇ ਤਾਂ ਮਾਪੇ ਭਰਨ ਜੋਗੇ ਵੀ ਨਹੀਂ। ਮੈਂ ਕਿਹਾ, ਆਪਾਂ ਹੱਠੀਆਂ ਚੀਜ਼ਾਂ ਲਿਆਉਣੇ, ਸੇਖਾਂ ਡੱਬੀਆਂ ਦੀ ਬੋਰੀ, ਚਾਹ ਦੀ ਬੋਰੀ, ਲੂਣ ਵਸਾਰ ਦੀ ਇੱਕ ਬੋਰੀ, ਬੋਸਕੀ ਦੇ ਕੱਪੜੇ, ਰੰਗਾਂ ਦੇ ਪੀਪ ਤੇ ਇੱਕ ਬੋਰੀ ਖੰਡ ਖੇਲਣਿਆਂ ਦੀ, ਅਖਰੋਟਾਂ ਦੀ, ਬਦਾਮਾਂ ਦੀ, ਜਿੰਨੀਆਂ ਕੋ ਹੱਟੀ ਤੋਂ ਆਉਣ ਵਾਲੀਆਂ ਚੀਜ਼ਾਂ ਦਾ ਮੈਨੂੰ ਪਤਾ ਸੀ ਮੈਂ ਗਣਾ ਦਿੱਤੀਆਂ। ਉਹ ਹੈਰਾਨ ਹੋਈ ਮੇਰੇ ਵੱਲ ਝਾਕਦੀ ਰਹੀ ਤੇ ਫਿਰ ਬੋਲੀ, ਮੈਂ ਮਰ ਜਾ, ਕਿੱਡਾ ਦਿਲ ਹੈ ਤੇਰਾ। ਆਹੋ ਖੋਮ ਕਿਹੜੀ ਦੀ ਹੈ? ਪਰ ਨਾ ਮੇਰੀ ਧੀ, ਸਭ ਗੱਲਾਂ ਰਾਹ ਦੀਆਂ ਹੀ ਚੰਗੀਆਂ ਹੁੰਦੀਆਂ ਨੇ। ਨਾਲੇ ਬੰਦੇ ਨੂੰ ਧਰਮਰਾਜ ਕੋਲ ਪਾਈ ਦਾ ਹਿਸਾਬ ਦੇਣਾ ਪੈਂਦਾ। ਪਿਛਲੇ ਕਰਮ ਇੱਥੇ ਭੋਗਦਿਆਂ ਤੇ ਹੁਣ ਤੇ ਗਾਹਾਂ ਭੁਗਤਾਂਗੇ। ਉਸ ਡਾਢੇ ਤੋਂ 7 ਵੇਲੇ ਡਰੀਏ, ਨਿਉ ਕੇ ਰਹੀਏ। ਧਰਤੀ ਅਸਮਾਨ ਸਭ ਸਬਰ ਸੰਤੋਖ ਦੇ ਬੰਨੇ ਖੜੇ ਨੇ। ਨਹੀਂ ਤਾਂ ਇਹ ਨਾ ਆਖਣਾ ਆਪਣਾ ਰਾਹ ਛੱਡ ਤੁਰਨ, ਪਰਲੋ ਨਾ ਅੱਜ ਜੱਗ ਤੇ ਹੋਰ ਪਤਾ ਨਹੀਂ ਕੀ ਕੁਝ ਆਖਦੀ ਰਹੀ। ਤੇ ਇਉਂ ਉਸ ਬਹੁਤ ਅਮੀਰ ਘਰ ਵਿੱਚ ਰਹਿੰਦੀ ਬਹੁਤ ਗਰੀਬ ਔਰਤ ਦਾ ਬਹੁਤ ਕੁਝ ਮੈਨੂੰ ਯਾਦ ਹੈ। ਯਾਦ ਹੀ ਨਹੀਂ, ਉਸਦਾ ਬਹੁਤ ਕੁਝ ਮੇਰੇ ਅੰਦਰ ਜਿਉਂਦਾ ਹੈ, ਜਿਹੜਾ ਸ਼ਾਇਦ ਉਹ ਆਪਣੇ ਦੁੱਧ ਨਾਲ ਮੈਨੂੰ ਦੇ ਗਈ। ਨੰਗੇ ਪੈਰੀ ਫਿਰਨਾ ਮੈਨੂੰ ਬੇਹੱਦ ਪਸੰਦ ਹੈ। ਜੁੱਤੀ ਨੂੰ ਟੁੱਟਣ ਤੋਂ ਬਚਾਈ ਰੱਖਣਾ ਭਾਵੇਂ ਇਸ ਦਾ ਕਾਰਨ ਨਹੀਂ। ਕਈ ਤਰ੍ਹਾਂ ਦੇ ਭੋਜਨਾਂ ਪਦਾਰਥਾਂ ਜਾਂ ਚਟਨੀ ਨਾਲ ਰੋਟੀ ਖਾ ਲੈਣ ਵਿੱਚ ਮੈਨੂੰ ਕੋਈ ਫਰਕ ਨਹੀਂ ਲੱਗਦਾ। ਪਾਪੀਆਂ ਦਾ ਤੱਤਾ ਤੇਲ ਦੇ ਕੜਾਹੇ ਵਿੱਚ ਤਲਿਆ ਜਾਣਾ, ਅੰਗਿਆਰਾਂ ਉੱਤੇ ਤੁਰਨਾ, ਪੁੱਠੇ ਲਟਕੇ ਹੋਣਾ ਤੇ ਕੋਰੜੇ ਪੈਂਦੇ ਮੈਨੂੰ ਅੱਜ ਵੀ ਯਾਦ ਹਨ। ਜਾਣਦਿਆਂ ਹੋਇਆਂ ਵੀ ਕਿ ਪੈਸਾ ਕੰਮ ਦੀ ਚੀਜ਼ ਹੈ, ਪੈਸੇ ਲਈ ਕੋਈ ਮੋਹ ਨਹੀਂ ਉਪਜਦਾ। ਤੇ ਅੱਜ ਵੀ ਜਦੋਂ ਕਦੇ ਸਾਡੇ ਸ਼੍ਰੀਮਾਨ ਜੀ ਮਾੜਾ ਜਿਹਾ ਵੀ ਆਕੜ ਕੇ ਬੋਲਦੇ ਨੇ ਤਾਂ ਮੈਂ ਡਰ ਜਾਂਦੀ ਹਾਂ, ਭਾਵੇਂ ਜਾਣਦੀ ਹਾਂ ਕਿ ਡਰਨ ਵਾਲੀ ਕੋਈ ਗੱਲ ਨਹੀਂ। ਇਹ ਸ਼ਾਇਦ ਉਸ ਅਮੀਰ ਘਰ ਵਿੱਚ ਰਹਿਣ ਵਾਲੀ ਗਰੀਬ ਔਰਤ ਦਾ ਮੇਰੇ ਸਿਰ ਰਿਣ ਹੈ ਕਿ ਉਸ ਘਰ ਦੀ ਧੀ ਹੋਣ ਕਰਕੇ ਜਿਹੜਾ ਮੈਂ ਝੁਕਾ ਰਹੀ ਹਾਂ। ਤੇ ਮੈਨੂੰ ਲੱਗਦਾ ਉਸ ਅਮੀਰ ਘਰ ਦੇ ਹਰ ਬੰਦੇ ਨੇ ਉਸ ਗਰੀਬ ਔਰਤ ਦਾ ਕੁਝ ਨਾ ਕੁਝ ਦੇਣਾ ਹੈ। ਦੂਜਾ, ਪਟਿਆਲੇ ਵਾਲੇ ਭੂਆ ਜੀ ਦਾ ਪਿੰਡ ਆਉਣਾ ਇੱਕ ਵਿਸ਼ੇਸ਼ ਘਟਨਾ ਹੁੰਦੀ ਸੀ। ਨਿੱਕੇ ਜਿਹੇ ਇਸ ਰੱਬੋ ਨਾਂ ਦੇ ਪਿੰਡ ਤੱਕ ਨਾ ਕੋਈ ਸੜਕ ਪਹੁੰਚਦੀ ਸੀ, ਨਾ ਕੋਲੋਂ ਲੰਘਦੀ ਨਹਿਰ ਦਾ ਪਾਣੀ, ਨਾ ਇੱਥੇ ਕੋਈ ਸਕੂਲ ਸੀ, ਨਾ ਪੰਚਾਇਤ ਘਰ। ਸਰਦੀ ਖਤਰਾਣੀ ਦੀ ਤੇ ਲਿਖੂ ਬਾਣੀਏ ਦੀ ਬਸ 2 ਹੱਟੀਆਂ ਸਨ ਜਿੱਥੋਂ ਲੂਣ, ਮਿਰਚਾਂ, ਰੰਗ ਤੇ ਪਤਾਸ਼ੇ ਆਦਿ ਮਿਲ ਜਾਂਦੇ ਸਨ। ਗਿਆਨਦਾਸ ਦਾ ਡੇਰਾ, ਸ਼ਹੀਦਾਂ ਦੀ ਮੱਟੀ ਤੇ ਹਲਟੀ ਵਾਲਾ ਗੁਰਦੁਆਰਾ ਇਸ ਪਿੰਡ ਦੀਆਂ ਦੁੱਖ ਦੇ ਸੁੱਖ ਤੇ ਜਾਣ ਵਾਲੀਆਂ ਥਾਵਾਂ ਸਨ। ਬਾਬੇ ਸੰਤ ਨਾਈ ਦੀਆਂ ਪੂੜੀਆਂ, ਕਪੂਰੀ ਝਿਉਰ ਦਾ ਹਥੋਲਾ, ਜਵਾਕਾਂ ਦੇ ਖੰਘ ਤਾਪ ਤੇ ਦੁੱਖ ਦੀਆਂ ਅੱਖਾਂ ਦੇ ਇਲਾਜ ਸਨ। ਨਾ ਪਿੰਡ ਵਿੱਚ ਅਜੇ ਤੱਕ ਕੋਈ ਖੂਨ ਹੋਇਆ ਸੀ, ਇੱਥੇ ਕਦੀ ਠਾਣਾ ਉਤਰਿਆ ਸੀ। ਹਰਦੁਆਰ ਫੁੱਲ ਪਾਉਣ, ਪਹੁਈਏ ਨਹਾਉਣਾ ਤੇ ਨੈਣਾ ਦੇਵੀ ਦੀ ਸੁੱਖ ਦੇਣ ਲੋਕੀ ਬਿਸ਼ਨੇ ਪ੍ਰਹੁਤ ਦੀ ਸਲਾਹ ਲੈ ਕੇ ਪੀਪੀਆਂ ਵਿੱਚ ਪੰਜੀਰੀ ਪਾ, ਲੱਖ ਨਾ ਰੁਪਈਏ ਬੰਨ, ਸੱਗ ਬਣਾ ਕੇ ਜਾਂਦੇ ਤੇ ਉੱਥੇ ਮੁੜਦੇ ਗਾਨੀਆਂ, ਗੰਗਾ ਜਲ ਤੇ ਖਿੱਲਾਂ ਲੈ ਕੇ ਆਉਂਦੇ ਤੇ ਉੱਥੋਂ ਮੁੜਦੇ ਗਾਨੀਆਂ, ਗੰਗਾ ਜਲ ਤੇ ਖਿੱਲਾਂ ਲੈ ਕੇ ਆਉਂਦੇ। ਅਜਿਹੇ ਪਿੰਡ ਜਦੋਂ ਕਾਰ ਵਿੱਚ ਬੈਠ ਕੇ ਗਲ ਵਿੱਚ ਪਿਸਤੌਲ ਪਾਈ ਅੱਗੇ 2 ਬੰਦੂਕਾਂ ਵਾਲੇ ਸਿਪਾਹੀ ਨਾਲ ਫੁੱਫੜ ਜੀ ਭੂਆ ਜੀ ਨੂੰ ਪੇਕੀ ਮਿਲਾਉਣ ਲਿਆਉਂਦੇ ਤਾਂ ਲੋਕੀ ਇੱਕ ਦੂਜੇ ਨੂੰ ਜਾ ਦੱਸਦੇ, ਬੀਬੀ ਗੁਲਾਬ ਕੌਰ ਆਈ ਹੈ, ਨਾਲ ਪ੍ਰਾਹੁਣਾ ਆਇਆ, ਮੋਟਰ 'ਚ ਆਏ ਨੇ। ਨਹੀਂ ਮੈਂ ਮਰ ਜਾ, ਜਾਣੀ ਕੋਈ ਰਾਣੀ ਹੈ। ਇਹੋ ਜਿਹੇ ਤਾਂ ਕੱਪੜੇ ਕਦੀ ਦੇਖੇ ਹੀ ਨਹੀਂ ਜਿਹੇ ਉਸਨੇ ਪਾਏ ਨੇ।
ਟੂਮਾਂ ਦੀ ਅੰਤ ਨਹੀਂ, ਲੈ ਪ੍ਰਾਹੁਣਾ ਸੁਪਰਡੈਂਟ ਹੈ ਪਟਿਆਲੇ, ਰਾਜੇ ਦੇ ਭਾਈਚਾਰੇ 'ਚੋਂ ਹੈ। ਆਖੇ ਦਰਬਾਰ 'ਚ ਇਹ ਰਾਜੇ ਦੇ ਪੈਰੀ ਹੱਥ ਲਾਉਂਦੇ, ਉਹਦਾ ਅਹਿਲਕਾਰ ਹੋਣ ਕਰਕੇ। ਪਰ ਅੱਗੇ ਪਿੱਛੋਂ ਉਹ ਇੱਦਾਂ ਪੈਰੀ ਹੱਥ ਲਾਉਂਦਾ, ਭਾਈਚਾਰੇ 'ਚੋਂ ਚਾਚਾ ਲੱਗਦਾ ਹੋਣਾ ਕਰਕੇ। ਲੋਕ ਗੱਲਾਂ ਕਰਦੇ ਨੇ। ਉਦੋਂ ਘਰ ਵਿੱਚ ਲੋਕਾਂ ਦਾ ਜਿਵੇਂ ਮੇਲਾ ਲੱਗ ਜਾਂਦਾ। ਕੁੜੀਆਂ ਚਿੜੀਆਂ ਨੂੰ ਕਪੂਰੀ ਝਿਉਰੀ ਬਥੇਰਾ ਆਖਦੇ, ਜਾਓ ਕੁੜੇ ਗਰਮੀ ਨਾ ਕਰੋ ਕੁੜੀ ਨੂੰ। ਪਰ ਕੌਣ ਸੁਣਦਾ? ਬਹੂਆਂ ਕੁੜੀਆਂ ਭੂਆ ਜੀ ਵੱਲ ਮੁੱਤਰ ਮੁੱਤਰ ਝਾਕਦੀਆਂ ਰਹਿੰਦੀਆਂ। ਸਿਆਮੋ ਨੈਣ ਫਟਾਫਟ ਚਾਹ ਧਰ ਦਿੰਦੀ। ਭੈਣ ਸ਼ਹਿਰੀਏ ਨੇ, ਪਹਿਲਾਂ ਚਾਹ ਪੀਣਗੇ। ਉੱਧਰ ਚਬਾਰੀਆਂ ਕੰਨੀ ਕੋਈ ਪਾਣੀ ਛਿੜਕ ਰਿਹਾ ਹੁੰਦਾ, ਕੋਈ ਮੰਜੇ ਵਿਛਾ ਰਿਹਾ ਹੁੰਦਾ, ਕੋਈ ਪੱਖਾ ਚੱਲ ਰਿਹਾ ਹੁੰਦਾ, ਕੋਈ ਮਲਾਉਂਦੇ ਸੋਡਾਂ ਬਰਫ਼ ਲੈ ਨੱਠ ਗਿਆ ਹੁੰਦਾ, ਕੋਈ ਮੁਰਗੇ ਕੱਟਣ ਦਾ ਜਾ ਲੱਗਦਾ, ਤੇ ਪਿੰਡ ਦੇ ਦਾਨੇ ਸਿਆਣੇ ਬੰਦੇ ਆ ਕੇ ਸਰਦਾਰ ਨੂੰ ਫਤਿਹ ਬੁਲਾਉਂਦੇ। ਪੈਂਦ ਕੰਨੀ ਜਿਹੇ ਮੰਜਿਆਂ 'ਤੇ ਬੈਠ ਜਾਂਦੇ। ਬਾਹਰ ਗਫੂਰ ਝੜਕ ਨਿਆਣਿਆਂ ਨੂੰ ਕਾਰ ਤੋਂ ਹੱਥ ਲਾਉਣ ਤੋਂ ਰੋਕਦਾ ਤੇ ਆਖਦਾ, ਸਾਡੀ ਮੋਟਰ ਹੈ, ਕੱਲ੍ਹ ਨੂੰ ਜਦੋਂ ਇਹ ਜਾਣਗੇ ਮੈਂ ਨਹਿਰ ਦੀ ਪਟੜੀ ਥਾਈ ਵਿੱਚ ਬੈਠ ਕੇ ਜਾਊਂਗਾ। ਕਾਰ ਵਿੱਚੋਂ ਸਾਡੀ ਸਾਰੀ ਇੱਕ ਫਲਾਂ ਦੀ ਤੇ ਇੱਕ ਮਿਠਾਈ ਦੀ ਟੋਕਰੀ ਸਿਪਾਹੀ ਅੰਦਰ ਲੈ ਆਉਂਦਾ। ਸਭ ਤੋਂ ਪਹਿਲਾਂ ਚਾਹ ਦੇ ਨਾਲ ਦੁੱਧ ਦਾ ਜੱਗ ਤੇ ਕੱਚ ਦੇ ਗਲਾਸ ਉੱਪਰ ਭੇਜੇ ਜਾਂਦੇ, ਨਾਲ ਮਠਿਆਈ ਵੀ। ਸਤਿਆਂ ਮਾਨ ਸਰਦਾਰ ਆਪ ਭੋਰਾ ਮੂੰਹ ਨੂੰ ਲਾਉਣ ਤੋਂ ਪਹਿਲਾਂ ਸਭ ਨੂੰ ਭੋਰਾ ਲੈਣ ਨੂੰ ਆਖਦਾ। ਨਿੱਕਾ ਛੇਂਬਾ ਸਭ ਨੂੰ ਦੁੱਧ ਪਾ ਕੇ ਫੜਾਉਂਦਾ ਹੈ, ਨਾ ਭਾਈ ਪਾਪ ਨਾ ਚੜਾਓ, ਧੀ ਦੇ ਘਰ ਦਾ ਕੁਛ ਨਹੀਂ ਖਾਣਾ। ਵਿੱਚੋਂ ਕੋਈ ਸਿਆਣਾ ਆਖਦਾ, ਲੈ ਸਣੇ ਵਿਆਜ ਦੇਊਗਾ ਆਪੇ ਤਾਇਆ। ਕੋਈ ਗਬਰੀਟ ਆਖ ਕੇ ਧੀ ਦੇ ਘਰ ਦੀ ਐਡੀ ਵਧੀਆ ਮਿਠਾਈ ਨਾ ਖਾਣ ਦੀ ਦਲੀਲ ਕੱਟ ਕੇ ਖੁਸ਼ ਕਰ ਦਿੰਦਾ। ਇਸ ਰਾਮ ਰੌਲੇ ਵਿੱਚ ਮਾਂ ਜਿਵੇਂ ਬੌਦਲੀ ਫਿਰਦੀ ਮੈਨੂੰ ਲੱਭ ਕੇ ਪੁੱਛਦੀ, ਤੂੰ ਕੁਛ ਖਾ ਲਿਆ? ਇਸ ਵਾਰੀ ਜਦੋਂ ਭੂਆ ਜੀ ਫੁੱਫੜ ਜੀ ਆਏ ਤਾਂ ਉਹਨਾਂ ਦੇ ਨਾਲ ਤਕੜਾ ਉੱਚਾ ਸੋਹਣਾ ਇੱਕ ਜਵਾਨ ਵੀ ਸੀ। ਪੁੱਤ ਬੁਲਾ ਲੈ, ਦੇਖ ਤੇਰੇ ਕੰਨੀ ਕਿਵੇਂ ਝਾਕਦਾ। ਦੀਪ ਇਹ ਤੇਰਾ ਬਾਪੂ ਜੀ ਹੈ। ਮੈਂ ਤਾਂ ਪਹਿਲਾਂ ਗੱਲ ਸੰਗਦੇ ਜੇ ਬਾਪੂ ਜੀ ਨੂੰ, ਤੇ ਦੂਜੀ ਮੈਨੂੰ ਆਖੀ। ਬਾਪੂ ਜੀ ਮੇਰੇ ਵੱਲ ਦੇਖਦੇ ਰਹੇ। ਸ਼ੁਕਰ ਹੈ ਆਪਣੀ ਮਾਂ ਤੇ ਨਹੀਂ ਗਈ ਕਾਲੀ ਕਲੋਟੀ ਤੇ, ਨਹੀਂ ਤਾਂ ਨਸਲ ਹੀ ਬਦਲ ਜਾਣੀ ਸੀ। ਛੋਟੇ ਭੂਆ ਜੀ ਬੋਲੇ, ਇਸ ਨੂੰ ਗੁੱਡੀ ਜੀ ਤੂੰ ਤਾਂ ਮੈਂ ਲੈ ਜਾਣਾ ਹੈ। ਵੱਡੀ ਭੂਆ ਜੀ ਨੇ ਜਦੋਂ ਫੁੱਫੜ ਜੀ ਦੇ ਸਾਹਮਣੇ ਆਖਿਆ, ਕਿਸੇ ਦੀ ਨਾ ਕਰਨ ਦੀ ਹਿੰਮਤ ਨਾ ਪਈ। ਕਿਹੜੀ ਮੂੰਹ ਨਾਲ ਨਾ ਕਰਦੇ, ਦੂਜਾ ਵਿਆਹ ਕਰਵਾਇਆ ਨੂੰ ਵੀ 10 ਸਾਲ ਹੋ ਗਏ ਸਨ। ਫੁੱਫੜ ਜੀ ਦੇ ਘਰ ਕੋਈ ਬੱਚਾ ਨਹੀਂ ਸੀ ਹੋਇਆ। ਚੱਲੇਂਗੀ ਸਾਡੇ ਨਾਲ? ਉੱਥੇ ਆਪਣੀ ਕੋਠੀ ਹੈ, ਬਾਗ ਹੈ, ਬਹੁਤ ਸਾਰੇ ਖਿਡੌਣੇ ਨੇ, ਬੱਗੀਆਂ ਨੇ, ਨਾਲੇ ਉੱਥੇ ਪੜ੍ਹਨ ਲਾ ਦਿਆਂਗੇ, ਹੈ ਨਾ? ਭੂਆ ਜੀ ਨੇ ਮੈਨੂੰ ਪੁੱਛਿਆ। ਜਦੋਂ ਆਖਿਆ ਕਰੂੰ ਕਾਰ 'ਚ ਆ ਕੇ ਮਿਲਾ ਲਿਜਾਇਆ ਕਰਾਂਗੇ। ਲਿਜਾਇਆ ਕਰਾਂਗੇ। ਫਿਰ ਭੂਆ ਜੀ ਦਾਦੀ ਮਾਂ ਵੱਲ ਝਾਕ ਕੇ ਬੋਲੇ, ਉਹਨੇ ਕੀ ਆਖਣਾ ਸੀ, ਪਰ ਮੈਨੂੰ ਪਤਾ ਹੈ ਉਸ ਰਾਤ ਦਾਦੀ ਮਾਂ ਨੇ ਰੋਟੀ ਨਹੀਂ ਸੀ ਖਾਧੀ। ਅਗਲੇ ਦਿਨ ਭੂਆ ਜੀ ਨੇ ਆਪ ਮੇਰੇ ਵੱਲ ਵਾਏ, ਨਵਾਂ ਫਰਾਕ ਪਾਇਆ, ਮੈਨੂੰ ਫਰਾਕ ਨੂੰ ਸੈਂਟ ਲਾਇਆ। ਹੈ ਕੁੜੇ ਬੀਬੀ ਗੁਲਾਬ ਕੁਰੇ, ਤੈਂ ਫਿਰ ਰਾਣੀਆਂ ਦੇਖੀਆਂ ਨੇ ਉੱਥੇ? ਕਿਹੋ ਜਿਹੀਆਂ ਹੁੰਦੀਆਂ ਨੇ? ਉੱਥੇ ਤਾਂ ਆਖੇ ਇੱਕ ਗੁਰਦੁਆਰਾ ਵੀ ਹੈ ਜਿੱਥੇ ਸੁਖਣਾ ਵਾਰ ਆਉਂਦੀ ਹੈ। ਆਖੇ ਉੱਥੇ ਚੀਰੇ ਬੜੇ ਸੋਹਣੇ ਰੰਗ ਦੇ ਨੇ। ਬਹੂਆਂ ਬੁੜੀਆਂ ਤੇ ਕੁੜੀਆਂ ਦੇ ਝੁਰਮਟ ਵਿੱਚ ਘਿਰੇ ਭੂਆ ਜੀ ਨੂੰ ਜੈਕਰ ਨਿਹਾਲਕਰ ਬਚਨੀ ਸੰਤੀ ਇਨ ਦੋ ਤਰ੍ਹਾਂ ਦੇ ਸਵਾਲ ਪੁੱਛਦੀਆਂ। ਇਸ ਭੀੜ ਭੜੱਕੇ ਜਿਹੇ ਵਿੱਚ ਸਭ ਤੋਂ ਅੱਖ ਬਚਾ ਕੇ ਉਸ ਸਾਵਲੀ ਸੁਨੱਖੀ ਜਵਾਨ ਲੜਕੀ ਜੋ ਚੁੱਪ-ਚਾਪ ਘਰ ਵਿੱਚ ਕੰਮ ਕਰਦੀ ਤੁਰੀ ਫਿਰਦੀ ਹੁੰਦੀ ਸੀ, ਇਸ ਵੱਲ ਮੈਂ ਕਦੇ ਬਹੁਤਾ ਧਿਆਨ ਨਹੀਂ ਸੀ ਦਿੱਤਾ। ਉਸ ਦਿਨ ਮੈਨੂੰ ਸੱਦ ਕੇ ਪਿਛਲੇ ਅੰਦਰ ਲੈ ਗਈ। ਤੂੰ ਚੱਲੀ ਹੈ ਫਿਰ? ਆਖ ਮੇਰੇ ਸਿਰ ਤੇ ਮੂੰਹ ਤੇ ਬਾਹਾਂ ਤੇ ਹੱਥ ਫੇਰਦੀ ਹੈ। ਪਿਆਰ ਦਿੰਦੀ ਸ਼ਮ ਰੋਈ ਜਾ ਰਹੀ ਸੀ। ਮੈਨੂੰ ਭੁੱਲ ਤਾਂ ਨਹੀਂ ਜਾਏਂਗੀ? ਮੈਨੂੰ ਚਿੱਠੀ ਪਾਇਆ ਕਰੇਂਗੀ? ਤੇਰੇ ਬਿਨਾਂ ਮੇਰਾ ਜੀ ਕਿਵੇਂ ਲੱਗੂ? ਆਪਣੇ ਬਾਬਾ ਜੀ ਨੂੰ ਆਖਦੇ ਵੀ ਮੈਂ ਨਹੀਂ ਜਾਣਾ। ਤੇ ਇਹ ਮੇਰੀ ਬੀਬੀ ਸੀ। ਫਿਰ ਠੀਕ ਹੈ, ਅਸੀਂ ਲੈ ਜਾਈਏ ਨਾ ਦੀਪ ਨੂੰ। ਫੁੱਫੜ ਜੀ ਨੇ ਜਦੋਂ ਬਾਬਾ ਜੀ ਨੂੰ ਆਖਿਆ ਤਾਂ ਉਹ ਕੁਝ ਗੰਭੀਰ ਜਿਹੇ ਹੋ ਕੇ ਆਖਣ ਲੱਗੇ, ਹੁਣ ਲੈ ਕੇ ਜਾਣੀਏ। ਸ਼ਾਇਦ ਉਹਨਾਂ ਦਾ ਮਤਲਬ ਸੀ ਕਿ ਹੁਣ ਦਾ ਵੇਲਾ ਟਪਾਓ, ਫਿਰ ਦੇਖੀ ਜਾਓ। ਐਤਕੀ ਤਾਂ ਅਸੀਂ ਆਈਆਂ ਇਸ ਲੈਣ ਵਾਸਤੇ। ਭੂਆ ਜੀ ਨੇ ਜ਼ੋਰ ਪਾਇਆ। ਦੇਖੋ ਸਾਊ, ਲੈ ਬੇਸ਼ੱਕ ਜਾਓ, ਪਰ ਚੰਗੋ ਰੱਖਿਓ।
ਸਾਨੂੰ ਤਾਂ ਇਹ 7 ਪੁੱਤਾਂ ਤੋਂ ਪਿਆਰੀ ਹੈ। ਬਾਕੀ ਖਰਚ ਸਾਲ ਭਰ ਦਾ ਮੈਂ ਹੀ ਦਿਆ ਕਰੂੰਗਾ, ਇਸ ਦਾ ਪੜ੍ਹਨ ਲਾ ਦਿਓ। ਮੈਂ ਸਭ ਕੁਝ ਸੁਣ ਰਹੀ ਸੀ, ਸਭ ਕੁਝ ਦੇਖ ਰਹੀ ਸੀ, ਪਰ ਇਸ ਰਾਮ ਰੋਲੇ ਜਿਹੇ ਵਿੱਚ ਕੁਝ ਵੀ ਸੋਚ ਨਹੀਂ ਸੀ ਰਹੀ, ਕੁਝ ਵੀ ਮਹਿਸੂਸ ਨਹੀਂ ਸੀ ਕਰ ਰਹੀ। ਆਥਣੇ ਡਿਕਡੋਲੇ ਖਾਂਦੀ ਪਹਾਂ ਲੰਘ ਕੇ ਕਲਰਾਂ ਵਿੱਚੋਂ ਹੁੰਦੀ ਕਾਰ ਜਦੋਂ ਪਿੰਡ ਦੀ ਜੂਹ ਛੱਡ ਕੇ ਜਰਗ ਦੇ ਪੁੱਲਾਂ ਤੋਂ ਨਹਿਰ ਦੀ ਪਟੜੀ ਆ ਕੇ ਚੜ੍ਹੀ, ਮੇਰੇ ਅਜੀਬ ਕਿਸਮ ਦਾ ਹੌਲ ਪਿਆ ਤੇ ਮੈਂ ਪਿਛਲੇ ਸ਼ੀਸ਼ੇ ਵਿੱਚ ਮੁੜ ਕੇ ਪਿੰਡ ਵੱਲ ਝਾਕੀ। ਆਪਾਂ ਅੱਜ ਹੀ ਜਾ ਕੇ ਨਸੀਆਂ ਨਵੀਆਂ ਫੱਗਾਂ ਲਮਾਗੇ ਪੰਨਾ ਲਾਲ ਦੀ ਦੁਕਾਨ ਤੋਂ ਤੇ ਘਾਵਾ ਗਮ ਦੀ ਦੁਕਾਨ ਤੋਂ ਖਿਡੌਣੇ ਨਾਲ ਔਖੇ ਤੋਰੀ ਇੱਕ ਹੋਰ ਬੇਜੀ ਵੀ ਹੈ। ਫੁੱਫੜ ਜੀ ਨੇ ਸਿਰ ਤੇ ਹੱਥ ਫੇਰ ਕੇ ਆਖਿਆ, ਆਪਾਂ ਕੱਲ ਨੂੰ ਹੀ ਮਿਲਣ ਆ ਜਾਵਾਂਗੇ। ਭੂਆ ਜੀ ਨੇ ਮੇਰੀਆਂ ਭਰੀਆਂ ਅੱਖਾਂ ਵੱਲ ਝਾਕ ਕੇ ਆਖਿਆ ਤੇ ਕਾਰ ਨਹਿਰ ਦੇ ਕੰਢੇ ਤੁਰੀ ਜਾ ਰਹੀ ਸੀ ਤੇ ਨਾਲ ਨਾਲ ਹੀ ਨਹਿਰ ਤੁਰੀ ਜਾ ਰਹੀ ਸੀ। ਨੀਂਦਾਂ ਪੈਣ ਤੋਂ ਪਹਿਲਾਂ ਅਸੀਂ ਪਟਿਆਲੇ ਪਹੁੰਚ ਗਏ। ਇੱਕ ਕੋਠੀ, ਬਾਗ, ਤੱਲਾ, ਨੌਕਰ, ਬੱਗੀ, ਕਮਰਿਆਂ ਵਿੱਚ ਵੱਡੇ ਵੱਡੇ ਸ਼ੀਸ਼ੇ, ਸੋਫੇ, ਕੁਰਸੀਆਂ, ਕਾਲੀਨ, ਨਿੱਕੇ ਨਿੱਕੇ ਜੱਤਲ ਕੁੱਤੇ, ਪਿੰਜਰੇ ਵਿੱਚ ਮੈਨਾ, ਸਭ ਕੁਛ ਹੀ ਉਪਰਾ ਲੱਗਿਆ। ਤੇ ਉਸ ਰਾਤ ਆਪਣੇ ਆਪ ਨਾਲ ਗੱਲਾਂ ਕਰਦੀ ਸਰਾਣੇ ਵਿੱਚ ਮੂੰਹ ਦੇ ਕੇ ਬਹੁਤ ਦੇਰ ਤੱਕ ਮੈਂ ਚੁੱਪਚਾਪ ਰੋਂਦੀ ਰਹੀ। ਅਗਲੇ ਦਿਨ ਭੂਆ ਜੀ ਪਰਦਿਆਂ ਵਾਲੀ ਕਾਰ ਵਿੱਚ ਬਿਠਾ ਕੇ ਨੇਰੇ ਗੁਰਦੁਆਰੇ ਲੈ ਗਏ। ਗੇਂਦਾ ਰਾਮ ਨਾਲ ਕਾਲੀ ਦੇਵੀ ਦਾ ਮੰਦਿਰ ਦੇਖਣ ਭੇਜਿਆ। ਘਾਵਾ ਰਾਮ ਦਿਓ ਕਿੰਨੇ ਹੀ ਖਿਡੌਣੇ ਆ ਗਏ, ਪਰ ਮੇਰਾ ਮਨ ਕਰੇ ਇਹ ਖਿਡੌਣੇ ਜਿਨ੍ਹਾਂ ਵਿੱਚ ਇੱਕ ਵਿਲੈਤੀ ਗੁੱਡੀ ਵੀ ਸੀ ਲੈ ਕੇ ਪਿੰਡ ਮਾਂ ਕੋਲ ਚਲੀ ਜਾਵਾਂ। ਤੀਸਰੇ ਦਿਨ ਆਖਣੇ ਬਾਬਾ ਜੀ ਆ ਗਏ। ਆਖਣ ਲੱਗੇ, ਮੈਂ ਆਖਿਆ ਪਤਾ ਲਿਆਵਾਂ ਬਈ ਦੀਪ ਦਾ ਜੀ ਲੱਗ ਗਿਆ, ਤੇ ਨਾਲੇ ਬੜੇ ਉਦਾਸ ਮੂੰਹ ਨਾਲ ਦੱਸਿਆ ਪੰਡਤ ਦਾ ਆਖਦਾ ਸੀ ਕਿ ਐਂਤਕੀ ਸ਼ਰਤੀਆਂ ਲੜਕਾ ਹੋ, ਪਰ ਫੇਰ ਲੜਕੀ ਹੋ ਗਈ। ਲੈ ਹੈ ਭੋਰਾ ਭਰ ਦੇ ਮੁੰਡੇ ਦੇ 3 ਧੀਆਂ ਹੋ ਗਈਆਂ, 5 ਸਾਲ ਅਜੇ ਵਿਆਹ ਨੂੰ ਨਹੀਂ ਹੋਏ। ਭੂਆ ਜੀ ਆਖ ਰਹੇ ਸਨ, ਜਿੱਥੇ ਲੋੜ ਹੁੰਦੀ ਹੈ ਉੱਥੇ ਦਿੰਦਾ ਹੀ ਨਹੀਂ ਰੱਬ, ਇਹ ਸਾਡੇ ਹੋ ਜਾਂਦੀ। ਵੱਡੇ ਭੂਆ ਜੀ ਨੇ ਕੁਵੇਲੇ ਦਾਤਣ ਕਹਿੰਦੇ ਆਖਿਆ, ਚਲੋ ਸਾਊ, ਇਹਨਾਂ ਨੇ ਆਪਣੇ ਭਾਗ ਖਾਣੇ ਨੇ। ਬਾਬਾ ਜੀ ਬੋਲੇ, ਆਈਆਂ ਗੱਲ ਲਾਈਆਂ, ਹੁਣ ਸਿੱਟੀਆਂ ਥੋੜੀਆਂ ਜਾਂਦੀਆਂ ਨੇ। ਚੱਲ ਤੁਹਾਡੇ ਕੋਲ ਤਾਂ 2 ਹੀ ਹੋਈਆਂ, ਦੀਪ ਤਾਂ ਹੁਣ ਸਾਡੀ ਹੋ ਗਈ। ਭੂਆ ਜੀ ਆਖ ਰਹੇ ਸਨ। ਬਾਬਾ ਜੀ ਇਸ ਗੱਲ ਦਾ ਜਵਾਬ ਨਹੀਂ ਸੀ ਦਿੱਤਾ, ਪਰ ਲੱਗਦਾ ਸੀ ਇਸ ਗੱਲ ਨਾਲ ਉਹਨਾਂ ਦਾ ਮੂੰਹ ਕਸੈਲਾ ਹੋ ਜਾਂਦਾ ਸੀ। ਚਲੋ ਅਜੇ ਤੁਹਾਡੇ ਕੋਲ ਹੈ, ਪਰ ਵਿਆਹ ਇਸ ਦਾ ਮੈਂ ਆਪਣੇ ਘਰ ਹੀ ਕਰੂੰ। ਬਾਬੂ ਜੀ ਨੇ ਗੰਭੀਰ ਹੋ ਕੇ ਆਖਿਆ, ਲੋ ਸੁਣੋ, ਅਜੇ 4 ਸਾਲਾਂ ਦੀ ਹੋਈ ਨਹੀਂ ਤੇ ਇਹਨਾਂ ਨੂੰ ਵਿਆਹ ਦਾ ਫਿਕਰ ਪੈ ਗਿਆ। ਫੁੱਫੜ ਜੀ ਰੇਡੀਓ ਹੀ ਸੂਈ ਇੱਧਰ ਉੱਧਰ ਘੁਮਾਉਂਦੇ ਬੋਲੇ, ਧੀਆਂ ਤਾਂ ਜੰਮਦੀਆਂ ਹੀ ਮਾਪਿਆਂ ਨੂੰ ਫਿਕਰ ਪੈ ਜਾਂਦੇ। ਵੱਡੇ ਭੂਆ ਜੀ ਆਖ ਰਹੇ ਸਨ, ਦੇਖੀਏ ਫਿਰ ਹੁਣੇ ਕੋਈ ਸਰਦਾਰਾਂ ਦਾ ਮੁੰਡਾ ਜਿਹਦੀ ਮਾਂ ਮਰੀ ਹੋਏ। ਫੁੱਫੜ ਜੀ ਨੇ ਮਜ਼ਾਕ ਕੀਤਾ, ਲਾਈਕ ਮਰੀ ਹੋਈ 2 ਮਰੀਆਂ ਹੋਈਆਂ ਹੋਣਗੀਆਂ, ਸਾਰੀਆਂ ਥੋੜ੍ਹੀ ਮਰੀਆਂ ਹੋਣਗੀਆਂ ਮੁੰਡੇ ਦੀਆਂ ਮਾਵਾਂ। ਇੱਥੇ ਹੈ ਕਿਹੜਾ ਸਰਦਾਰ ਜਿੰਦੇ ਚੋ ਕਿ ਘੱਟ ਵੋਟੀਆਂ ਹੋਣ। ਵੱਡੇ ਭੂਆ ਜੀ ਦੱਸ ਰਹੇ ਸਨ, ਇਹ ਸਭ ਕੁਝ ਮੈਨੂੰ ਕਿਵੇਂ ਯਾਦ ਹੈ? ਇਹ ਸਭ ਕੁਝ ਨਹੀਂ, ਬਹੁਤ ਕੁਝ ਵਿੱਚੋਂ ਕੁਝ ਹੈ ਜੋ ਯਾਦ ਹੈ। ਉਹ ਫਰਾਕ ਵਾਲੀ ਨਿੱਕੀ ਜਿਹੀ ਕੁੜੀ ਜੋ ਮੈਂ ਕਦੀ ਸੀ, ਉਸ ਨੂੰ ਤੁਰੀ ਫਿਰਦੀ ਨੂੰ ਮੈਂ ਅਜੇ ਵੀ ਦੇਖ ਸਕਦੀ ਹਾਂ। ਕੁਝ ਦਿਨਾਂ ਮਗਰੋਂ ਘਿਓ ਦੀ ਪੀਪੀ ਦੋਵੇਂ ਭੂਆ ਜੀਆਂ ਲਈ ਚਾਂਦੀ ਦੀਆਂ ਪੰਜੇਬਾਂ, ਕੁਝ ਰੇਸ਼ਮੀ ਲੀੜੇ, ਫੁੱਫੜ ਜੀ ਲਈ ਕੰਬਲ ਤੇ ਮੇਰੇ ਲਈ ਕੁੜੀਆਂ ਤੋਂ ਬਣਵਾ ਕੇ ਲਿਆਂਦੀ ਮੋਤੀਆਂ ਦੀ ਸੱਗੀ ਫੁੱਲ ਵਾਲੀ ਗੁੱਡੀ ਲੈ ਕੇ ਦਾਦੀ ਮਾਂ ਆ ਗਈ। ਉਹ ਸੰਧਾਰਾ ਲੈ ਕੇ ਆਈ ਸੀ, ਨਾਲ ਸੰਤਾਨ ਆਈ ਸੀ। ਉਸ ਰਾਤ ਮੈਂ ਮਾਂ ਦੇ ਨਾਲ ਹੀ ਸੁੱਤੀ। ਜੀ ਲਾ ਕੇ ਪੜੀ ਮੇਰੀ ਧੀ, ਨਾਲੇ ਤੇਰੇ ਬਾਬਾ ਜੀ ਨੇ ਪੈਸੇ ਭੇਜੇ ਨੇ। ਉਸਨੇ ਟੀਨ ਦੇ ਭੀੜੇ ਮੂੰਹ ਵਾਲੀ ਦਵਾਤ ਵਿੱਚ ਪਾਈ ਭਾਣ ਨੂੰ ਮੈਨੂੰ ਦਿੰਦੇ ਆਖਿਆ, ਰੋਜ਼ ਸਕੂਲ ਜਾਂਦੀ, ਇਸ 'ਚੋਂ ਕੱਢ ਕੇ ਲੈ ਜਾਈ। ਉਹ ਆਖ ਰਹੀ ਸੀ, ਮੈਂ ਨਹੀਂ ਪੜ੍ਹਨਾ। ਮੈਂ ਆਖਿਆ, ਨਾ ਮੇਰੀ ਰਾਣੀ ਧੀ, ਇਉਂ ਨਹੀਂ ਆਖੀਦਾ। ਕਿਉਂ ਪੜ੍ਹਨਾ ਕਾਹਤੋਂ ਨਹੀਂ? ਫਿਰ ਆਪਣੇ ਹੱਥੀਂ ਲਿਖ ਕੇ ਤੂੰ ਮੈਨੂੰ ਕਾਟ ਪਾ ਦਿਆਂ ਕਰੀ। ਮੈਂ ਇੱਕ ਦਿਨ ਸਕੂਲ ਜਾ ਕੇ ਦੇਖ ਲਿਆ, ਮੈਂ ਤਾਂ ਪੜ੍ਹਨਾ ਹੀ ਨਹੀਂ। ਤੇ ਇਸ ਤੋਂ ਮਗਰੋਂ ਅਗਲੇ ਦਿਨ, ਉਸ ਤੋਂ ਵੀ ਅਗਲੇ ਦਿਨ, ਕਦੇ ਵੱਡਿਆਂ ਕਿ ਕਦੇ ਘੂਰ ਤੇ ਸਾਰੇ ਜ਼ੋਰ ਲਾ ਰਹੇ, ਪਰ ਮੈਂ ਆਖਿਆ ਕਿ ਮੈਂ ਸਕੂਲ ਨਹੀਂ ਜਾਣਾ, ਮੈਂ ਪੜ੍ਹਨਾ ਨਹੀਂ। ਦੋਵੇਂ ਭੂਆ ਜੀ ਜਦੋਂ ਹੰਬਹਾਰ ਹੱਠੇ, ਫੁੱਫੜ ਜੀ ਨੇ ਆਖਿਆ, ਠੀਕ ਹੈ ਮੇਰਾ ਬੇਟਾ ਸਕੂਲ ਨਹੀਂ ਜਾਊਗਾ, ਬਿਲਕੁਲ ਨਹੀਂ ਪੜ੍ਹਨਾ। ਤਾਂ ਉਹਨਾਂ ਬਾਕੀਆਂ ਨੂੰ ਵੀ ਆਖ ਦਿੱਤਾ ਕਿ ਇਹਨੂੰ ਸਕੂਲ ਜਾਣ ਨਹੀਂ ਨਾ ਆਖੇ।
ਫਿਰ ਕਿਸੇ ਨੇ ਸਕੂਲ ਜਾਣ ਲਈ ਨਾ ਆਖਿਆ, ਪਰ ਕਦੇ ਕਦੇ ਛੋਟੇ ਬੀਜੀ ਜਾਂ ਵੱਡੇ ਬੀਜੀ, ਅਸਲ 'ਚ ਭੂਆ ਜੀ, ਜਿਨ੍ਹਾਂ ਨੂੰ ਹੁਣ ਮੈਂ ਬੀਜੀ ਆਖਦੀ ਸੀ, ਆਖਦੇ ਪੜ੍ਹੇਂਗੀ ਨਹੀਂ ਤਾਂ ਜੱਟਾਂ ਦੇ ਘਰ ਵਿਆਹ ਹੋਊ, ਗੋਹਾ ਕੂੜਾ ਕਰਿਆ ਕਰੇਂਗੀ, ਪੜ੍ਹੇਂਗੀ ਨਹੀਂ ਤਾਂ ਅਨਪੜ੍ਹ ਜਿਹੀ ਰਹੇਂਗੀ, ਪੜ੍ਹੀ ਨਹੀਂ ਤਾਂ ਸ਼ੌਰ ਕਿਵੇਂ ਆਊ, ਪੜ੍ਹੇਂਗੀ ਨਹੀਂ ਤਾਂ ਸ਼ਿਉਰ ਕਿਵੇਂ ਆਊਂਗੀ, ਪੜ੍ਹੇਗੀ ਨਹੀਂ ਤਾਂ। ਪਰ ਮੈਂ ਆਖਦੀ ਸੀ ਮੈਂ ਨਹੀਂ ਪੜ੍ਹਨਾ। ਤੀਜਾ, ਮਹੀਨੇ 20 ਦਿਨ ਮਗਰੋਂ ਬਾਬਾ ਜੀ ਆਉਂਦੇ, ਕਿੰਨੀਆਂ ਸਾਰੀਆਂ ਚੀਜ਼ਾਂ ਲੈ ਕੇ ਜਾਂਦੇ ਤੇ ਕਦੇ ਕਦੇ ਜ਼ਿੱਦ ਕਰਨ ਤੇ ਮੈਨੂੰ ਨਾਲ ਹੀ ਪਿੰਡ ਨੂੰ ਲੈ ਜਾਂਦੇ। ਮਿਲੋ ਜਦੋਂ ਅਸੀਂ ਜਾ ਕੇ ਉਤਰਦੇ, ਅੱਗੇ ਗਫੂਰ ਘੋੜੀ ਲਈ ਖੜਾ ਹੁੰਦਾ। 12-13 ਵਰ੍ਹਿਆਂ ਦਾ ਗਫੂਰ ਬਾਬਾ ਜੀ ਨਾਲ ਜਦੋਂ ਮੈਨੂੰ ਆਈ ਦੇਖਦਾ ਤਾਂ ਬਹੁਤ ਖੁਸ਼ ਹੋ ਕੇ ਬਾਬਾ ਜੀ ਦੇ ਹੋਂਦ ਭੁੱਲ ਮੈਨੂੰ ਦੱਸਣ ਜੋਗੀਆਂ ਗੱਲਾਂ ਦੱਸ ਲੱਗ ਜਾਂਦਾ। ਹੈ ਨਾ ਬੀਬਾ, ਨਾ ਸੱਚ ਬੀਬਾ ਜੀ, ਆਪਣੀ ਨਾ ਨਿਆਈ 'ਚ ਜਿਹੜੀ ਬੇਰੀ ਹੈ ਨਾ, ਉਸਨੂੰ ਬੇਰ ਲੱਗਣ ਲੱਗ ਪਏ ਨੇ। ਘੁਵਨੀ ਨੇ ਜਿਹੜੇ ਕਤੂਰੇ ਦਿੱਤੇ ਨੇ, ਇੱਕ ਦਾ ਨਾਂ ਮੈਂ ਪਿਸ਼ਤਾ ਰੱਖਿਆ। ਮਾਂ ਜੀ ਤੋਂ ਇੱਕ ਦਿਨ ਖੂਹੀ 'ਚ ਡੋਲ ਗਿਰ ਪਿਆ ਸੀ। ਬਾਬਾ ਜੀ ਨੇ ਮੇਲੇ ਤੇ ਜਾਣ ਨੂੰ ਰੁਪਏ ਦਿੱਤੇ ਤੀ। ਅਠਿਆਨੀ ਦਾ ਮੈਂ ਬੁਗਦੂ ਸਿੱਕੇ ਵਾਲਾ ਖਰੋਟ ਖਰੀਦ ਲਿਆ, ਜਿਹਦੇ ਨਾਲ ਮੈਂ 100 ਖਰੋਟ ਹੋਰ ਜਿੱਤੇ ਤੇ ਚਵਾਨੀ ਦੀ ਮੈਂ ਮੰਗੋ ਲਈ ਗਾਨੀ ਲਿਆਂਦੀ ਮਣਕਿਆਂ ਦੀ। ਇੱਕ ਆਨੇ ਦੀ ਮਾਂ ਜੀ ਲਈ ਦੇਵੀ ਦੀ ਫੋਟੋ ਲਿਆਂਦੀ। ਇੱਕ ਆਨੇ ਦਾ 9 ਮਣ ਦੀ ਧੋਬਣ ਵਾਲਾ ਫੋਟੂਆ ਵਾਲਾ ਖੇਲ ਦੇਖਿਆ। ਦੀਵਾਨੀ ਦਾ ਤੋਤਾ ਲਿਆਂਦਾ। ਘਰ ਜਾ ਕੇ ਦੇਖੀ ਜਾਲੀ 'ਚ ਬੈਠੇ ਨੂੰ ਆਖੋ ਮੀਆਂ ਮੇਰੂ ਝੁੱਠੀ ਖਾਣੀ ਹੈ। ਦੀਵਾਨੀ ਦਾ ਤੋਤਾ ਲਿਆਂਦਾ। ਘਰ ਜਾ ਕੇ ਦੇਖੀ ਜਾਲੀ 'ਚ ਬੈਠੇ ਨੂੰ ਆਖੋ ਮੀਆਂ ਮਿੱਠੂ ਚੂਰੀ ਖਾਣੀ ਹੈ। ਆਖੂਗਾ ਖਾਣੀ ਹੈ। ਮੀਆਂ ਮਿੱਠੂ ਚੂਰੀ ਖਾਣੀ ਹੈ, ਆਖੂਗਾ ਖਾਣੀ ਹੈ। ਤੇ ਖਾਧਾ ਕੁਛ ਨਾ, ਸਾਰਾ ਦਿਨ ਭੁੱਖਾ ਹੀ ਫਿਰਦਾ ਰਿਹਾ। ਬਾਬਾ ਜੀ ਨੇ ਵਿੱਚੋਂ ਟੋਕ ਕੇ ਪੁੱਛਿਆ। ਮਾਂ ਜੀ ਨੇ ਜਾਣ ਲੱਗੇ ਦੇ 2 ਪਰੌਂਠੇ ਲੜ ਬੰਨ੍ਹਤੇ ਸੀ, ਖਾਲੇ ਜਦੋਂ ਭੁੱਖ ਲੱਗੀ। ਉਹ ਗੱਲਾਂ ਕਰਦੇ ਬਾਬਾ ਜੀ ਲੋਕਾਂ ਦੀਆਂ ਫਤੀਆਂ ਦਾ ਜਵਾਬ ਦਿੰਦੇ। ਅਸੀਂ ਇੱਕ ਦੁਕਾਨ 'ਤੇ ਜਾਂਦੇ। ਲਾਲਾ ਆਪ ਉੱਠ ਕੇ ਬਾਬਾ ਜੀ ਦੇ ਗੋਡੀ ਹੱਥ ਲਾਉਂਦਾ। ਦੁਕਾਨ ਦੇ ਮਗਰ ਕਮਰੇ ਵਿੱਚ ਕੁਰਸੀਆਂ 'ਤੇ ਬੈਠ ਕੇ ਬਾਬਾ ਜੀ ਨੇ ਚਾਹ ਪੀਂਦੇ। ਮੇਰੇ ਤੇ ਗਫੂਰ ਲਈ ਦੁੱਧ ਦੇ ਗਲਾਸ ਆ ਜਾਂਦੇ, ਕਿਉਂਕਿ ਬਾਬਾ ਜੀ ਆਖਦੇ ਸਨ ਕਿ ਚਾਹ ਤਾਂ ਸਿਰਫ ਬੁੱਢਿਆਂ ਨੂੰ ਹੀ ਪੀਣੀ ਚਾਹੀਦੀ ਹੈ। ਇੱਕ ਪਲੇਟ ਵਿੱਚ ਤਾਜ਼ੇ ਪੇੜੇ ਆ ਜਾਂਦੇ। ਅਸੀਂ ਖਾ ਲੈਂਦੇ, ਪਰ ਗਫੂਰ ਕਾਗਜ਼ ਦੀ ਲਪੇਟ 'ਚ ਖਿੱਸੇ 'ਚ ਪਾ ਲੈਂਦਾ। ਆਖਦਾ ਘੋਨੀ ਮੱਗੋ ਮੀਆਂ ਮਿੱਠੂ ਪਿਸਤਾ ਅਸੀਂ ਸਾਰੇ ਇਕੱਠੇ ਖਾਵਾਂਗੇ। ਉਸ ਲਾਲੇ ਦੇ ਮੁੰਡੇ ਨੂੰ ਭੇਜ ਕੇ ਬਾਬਾ ਜੀ ਬਾਜ਼ਾਰੋਂ ਲੈ ਕੇ ਜਾਣ ਵਾਲੀਆਂ ਚੀਜ਼ਾਂ ਮੰਗਵਾ ਲੈਂਦੇ, ਜਿਨ੍ਹਾਂ ਨੂੰ ਗਫੂਰ ਨਾਲ ਲਿਆਉਂਦਾ। ਝੋਲੇ ਵਿੱਚ ਪਾ ਕੇ ਸੋਟੀ 'ਤੇ ਟੰਗ ਲੈਂਦਾ ਤੇ ਸੋਟੀ ਮੋਢੇ 'ਤੇ ਧਰ ਲੈਂਦਾ ਤੇ ਸ਼ਹਿਰੋਂ ਬਾਹਰ ਪਿੰਡ ਜਾਣ ਵਾਲੀ ਡੰਡੀ ਉੱਤੇ ਘੋੜੀ ਤੇ ਅੱਗੇ ਅੱਗੇ ਤੁਰਿਆ ਜਾਂਦਾ। ਬਾਬਾ ਜੀ ਮੈਨੂੰ ਆਪਣੇ ਅੱਗੇ ਘੋੜੀ 'ਤੇ ਬਿਠਾ ਲੈਂਦੇ ਤੇ ਗੱਲਾਂ ਕਰਨ ਲੱਗ ਜਾਂਦੇ। ਮਖਿਆ, ਉੱਥੇ ਤੈਨੂੰ ਕੋਈ ਘੂਰਦਾ ਤਾਂ ਨਹੀਂ ਹੁੰਦਾ? ਵੱਡੀ ਬੀਜੀ ਤੇਰੀ ਛੋਟੀ ਬੀਜੀ ਨਾਲ ਲੜਦੀ ਤਾਂ ਨਹੀਂ ਹੁੰਦੀ? ਫੁੱਫੜ ਜੀ ਤੇਰਾ ਸ਼ਰਾਬ ਤਾਂ ਨਹੀਂ ਪੀਂਦਾ ਹੁੰਦਾ? ਪਰ ਤੂੰ ਪੜ੍ਹਨਾ ਕਾਹਤੋਂ ਨਹੀਂ? ਚੰਦ ਕੌਰ, ਤੇਰੀ ਬੀਬੀ ਦੇਖਿਆ ਕਿਆ ਸੋਹਣਾ ਗ੍ਰੰਥ ਸਾਹਿਬ ਦਾ ਪਾਠ ਕਰਦੀ ਹੈ। ਤੇਰੇ ਨਾਨੇ ਨੇ ਭਗਵਾਨ ਦਾਸ ਨਾਲ ਰਿਸ਼ਤਾ ਕਰਨ ਆਏ ਤੇ ਪਹਿਲਾਂ ਗੱਲ ਹੀ ਦੱਸੀ ਸੀ ਵੀ ਲੜਕੀ ਗ੍ਰੰਥ ਸਾਹਿਬ ਦਾ ਪਾਠਣ ਹੈ। ਨਾਲੇ ਮੈਂ ਸੋਚਿਆ ਸਾਧੂ ਮਹਾਤਮਾ ਨਾਲ ਆਏ ਨੇ, ਕਾਹਨੂੰ ਨਾ ਆਖਣੀ ਹੈ। ਨੇ ਰਿਸ਼ਤੇ ਤੇ ਬਹੁਤ ਚੰਗੇ ਚੰਗੇ ਘਰਾਂ ਦੇ ਵੀ ਆਉਂਦੇ ਸੀ। ਤੇ ਕਦੇ ਕਦੇ ਬਾਬਾ ਜੀ ਨੇ ਆਪ ਘੋੜੀ ਤੋਂ ਉੱਤਰ ਆਉਂਦੇ, ਵਾਂਗਾ ਫੜ ਕੇ ਮੋਹਰੇ ਡੰਡੀ ਤੇ ਤੁਰਨ ਲੱਗ ਜਾਂਦੇ ਤੇ ਮੈਨੂੰ ਕੱਲੀ ਨੂੰ ਘੋੜੇ ਤੇ ਰਹਿਣ ਦਿੰਦੇ। ਪਹਿਲੇ ਡਰ ਲੱਗਦਾ ਸੀ, ਪਿੱਛੋਂ ਤਾਂ ਮੈਂ ਵਾਂਗਾ ਵੀ ਆਪ ਫੜ ਲੈਂਦੀ ਤੇ ਕਦੇ ਕਦੇ ਤਾਂ ਗਫੂਰ ਜਾਣ ਕੇ ਘੋੜੀ ਨੂੰ ਸ਼ਿਸ਼ਕੋਰ ਕੇ ਭਜਾ ਦਿੰਦਾ ਤੇ ਆਪ ਨਾਲ ਭੱਜ ਪੈਂਦਾ। ਇਉਂ ਬਾਬਾ ਜੀ ਡੰਡੀ ਉੱਤੇ ਪਿਛਾਹ ਰਹਿ ਜਾਂਦੇ। ਇਹ ਤੈਨੂੰ ਕਿਸੇ ਦਿਨ ਐਸੀ ਲੈ ਕੇ ਬੱਜੂ ਬਈ ਖੂਹ ਖਾਤੇ ਜਾ ਡਿੱਗੂ। ਆਪਣਾ ਚਿੱਟਾ ਘੋੜਾ ਬਿਸ਼ਨ ਸਿਉਂ ਤੇਰੇ ਮਾਮੇ ਦੇ ਹੱਥੋਂ ਛੁੱਟ ਕੇ ਐਸਾ ਭੱਜਿਆ, ਖਬਰ ਨਹੀਂ ਕਿੱਧਰ ਨੂੰ ਗਿਆ। ਮੁੜ ਕੇ ਖਿਆਨੀ ਤੇਰੇ ਮਾਮੇ ਦੇ ਹੱਥੋਂ ਛੁੱਟਿਆ ਕਿ ਐਸਾ ਭੱਜਿਆ, ਖਬਰੀ ਕਿੱਧਰ ਨੂੰ ਗਿਆ। ਮੁੜ ਕੇ ਖਿਆਨੀ ਆਇਆ ਨਹੀਂ, ਬਾਬਾ ਜੀ ਦੱਸਦੇ। ਤੇ ਕਦੇ ਕਦੇ ਸੋਚਾਂ ਵਿੱਚ ਮੈਨੂੰ ਲੱਗਦਾ ਜਿਵੇਂ ਉਸ ਚਿੱਟੇ ਘੋੜੇ ਵਾਂਗ ਇਹ ਘੋੜੀ ਵੀ ਤ੍ਰਹਿ ਕੇ ਨੱਠ ਪਈ ਹੈ, ਨੱਠੀ ਹੀ ਜਾ ਰਹੀ ਹੈ ਤੇ ਫਿਰ ਜਿਵੇਂ ਉੱਡਣ ਲੱਗ ਪਈ ਹੈ। ਤੇ ਮੈਂ ਕਾਠੀ ਨੂੰ ਘੁੱਟ ਕੇ ਜੱਫੀ ਬੈਠੀ ਤਾਂ ਘੋੜੀ ਜੰਗਲਾਂ, ਸਮੁੰਦਰਾਂ ਤੇ ਬੱਦਲਾਂ ਵਿੱਚ ਉੱਡੀ ਜਾ ਰਹੀ ਹੈ। ਬਾਬਾ ਜੀ, ਗਫੂਰ, ਖੇਤ, ਡੰਡੀ ਸਭ ਪਿਛਾਂਹ ਰਹਿ ਗਏ ਨੇ, ਬਹੁਤ ਦੂਰ ਪਿਛਾਂਹ, ਤੇ ਹੁਣ ਦਿਸਣੋਂ ਵੀ ਹਟ ਗਏ ਨੇ। ਤੇ ਮੈਂ ਨਾਲ ਭੱਜ ਜਾਂਦੇ ਗਫੂਰ ਨੂੰ ਚੀਕ ਕੇ ਆਖਦੀ, ਰੋਕ ਲੈ ਘੋੜੀ ਨੂੰ, ਮੈਂ ਉਤਰਨਾ ਹੈ।
ਬਾਬਾ ਜੀ ਪਿਛਾਂਹ ਰਹਿ ਗਏ ਨੇ। ਫਿਰ ਇੱਕ ਥਾਂ ਘੋੜੀ ਨੂੰ ਰੋਕ ਕੇ ਅਸੀਂ ਬਾਬਾ ਜੀ ਨੂੰ ਉਡੀਕਣ ਲੱਗ ਜਾਂਦੇ। ਸਹੁਰਿਆਂ ਕੰਜਰਾਂ ਦੀ ਕੁੜੀ ਦੇ ਸੱਟ ਫੇਟ ਲੱਗ ਗਈ। ਬਾਬਾ ਜੀ ਗਫੂਰ ਨੂੰ ਝਿੜਕਦੇ, ਲੈ ਐਵੇਂ ਲੱਗ ਗਈ, ਮੈਂ ਨਾਲ ਤਾਂ ਹੁੰਨਾ, ਉਹ ਆਖਦਾ। ਪਿੰਡ ਪਹੁੰਚਦਿਆਂ ਤਾਂ ਬੀਹੀ ਦੀਆਂ ਸਾਰੀਆਂ ਬੁੜੀਆਂ ਕੁੜੀਆਂ ਤਾਈਆਂ ਚਾਚੀਆਂ ਆ ਕੇ ਮਿਲਦੀਆਂ, ਸਿਰ ਪਲੋਸਦੀਆਂ, ਫਰਾਕ ਨੂੰ, ਬੂਟਾਂ ਨੂੰ, ਗੁੱਤ 'ਚ ਪਾਏ ਰਿਬਨਾਂ ਨੂੰ ਹੱਥ ਲਾ ਲਾ ਦੇਖਦੀਆਂ। ਮੇਰੀ ਖਾਤਰ ਕੀ ਲਿਆਇਆ ਸ਼ਹਿਰੇ ਕੁੜੋ? ਬਦਰਾ ਗੁੱਜਰ ਬਾਬਾ ਜੀ ਨੂੰ ਮਿਲਣ ਆਇਆ ਰੋਬ ਨਾਲ ਪੁੱਛਦਾ। ਅਗਲੀ ਵਾਰੀ ਮੈਨੂੰ ਤਾਂ ਕਾਵਾ ਰਾਮ ਦਾ ਸੁਰਮਾ ਲਿਆ ਦੇਈ, ਤੇਰੀ ਭੂਆ ਦੇਗੀ ਸੀ ਇੱਕ ਸ਼ੀਸ਼ੀ, ਜਾਣੀ ਠੰਡ ਪੈ ਜਾਂਦੀ ਅੱਖਾਂ ਨੂੰ। ਜੈ ਖਾਣੇ ਬੇਦ ਨੇ ਪਾ ਮੁਕਾਤੀ, ਤਾਈ ਰਲੀ ਬਾਕੀਆਂ ਨੂੰ ਸੁਣਾ ਕੇ ਆਖਦੀ। ਅਸੀਂ ਗਏ ਸੀ ਪੰਚਮੀ ਨੌਣ ਦੁੱਖਣ ਮਾਰਨ, ਪਰ ਤੇਰਾ ਤਾਇਆ ਲੈ ਕੇ ਹੀ ਨਹੀਂ ਆਇਆ। ਮੈਂ ਬਥੇਰਾ ਕਿਹਾ ਵੀ ਬੀਬੀ ਨੂੰ ਮਿਲ ਚਲੀਏ, ਆਖਣ ਲੱਗਿਆ ਮੈਲੇ ਜੇ ਤੇਰੇ ਲੀੜੇ ਪਾਏ ਹੋਏ ਨੇ, ਹੋਰ ਉਹਨਾਂ ਨੂੰ ਮਖੌਲ ਕਰਨਗੇ ਵੀ ਤੇਰੀ ਪੇਕਿਆਂ ਜੋ ਕਿਹੋ ਜਿਹੇ ਲੋਕ ਆਏ ਨੇ। ਤਾਈ ਗੁਲਾਬ ਕੌਰ ਬੋਲੀ, ਭੈਣੇ ਮੈਂ ਤਾਂ ਇੱਕ ਦਿਨ ਮੋਟਰ 'ਚ ਬੈਠ ਕੇ ਪਟਿਆਲਾ ਜਾਊਂਗੀ, ਉੱਥੇ ਜਾ ਕੇ ਆਪਣਾ ਫੋਟੋ ਲਿਆ ਕੇ ਆਊਂਗੀ, ਮਰ ਗਈ ਤੇ ਮੇਰੇ ਧੀਆਂ ਪੁੱਤਾਂ ਕੋਲ ਨਿਸ਼ਾਨੀ ਤਾਂ ਰਹਿ ਜੂ। ਤਾਈ ਸੰਤੀ ਹਰ ਵਾਰੀ ਆਖਦੀ। ਅਗਲੇ ਦਿਨ ਜਦੋਂ ਕੁੜੀਆਂ ਸਾਗ ਨੂੰ ਜਾਂਦੀਆਂ, ਪੌਣਾ ਚੁੱਕ ਕੇ ਮੈਂ ਵੀ ਨਾਲ ਤੁਰ ਪੈਂਦੀ, ਤਾਂ ਰਾਹ ਵਿੱਚੋਂ ਹੀ ਝਿੜਕ ਕੇ ਮੈਨੂੰ ਮੋੜ ਦਿੰਦੀਆਂ, ਜਾ ਮੁੜ ਜਾ, ਹੋਰ ਤੇਰਾ ਬਾਬਾ ਜੀ ਕੱਜੀਆਂ ਕਰੂ, ਤੁਹਾਡੇ ਤਾਂ ਗਫੂਰ ਬਥੇਰਾ ਲੈ ਆਉਂਦਾ ਸਾਗ, ਨਾਲ ਤੁਸੀਂ ਸਾਗ ਕਾਹਨੂੰ ਖਾਣਾ, ਭਾਜੀਆਂ ਛਮਕੀਆਂ ਕਰੋ, ਬਥੇਰੇ ਪੈਸੇ ਨੇ ਬੁੜੇ ਕੋਲ। ਤੇ ਇੱਕ ਦਿਨ ਕੁੜੀਆਂ ਨੂੰ ਮੈਂ ਇਹ ਆਖ ਕੇ ਨਾਲ ਜਾਣ ਲਈ ਰਾਜ਼ੀ ਕਰ ਲਿਆ ਕਿ ਸਾਰੀਆਂ ਸਾਡੇ ਖੇਤ 'ਚੋਂ ਗੰਨੇ ਪੱਟ ਲਿਓ। 2 ਕੁ ਗੰਨੇ ਚੁੱਕੀ ਆਉਂਦੀਆਂ ਨੂੰ ਜਦੋਂ ਬਾਬਾ ਜੀ ਨੇ ਦੇਖ ਲਿਆ, ਉਹਨਾਂ ਮੈਨੂੰ ਤਾਂ ਕੁਝ ਨਾ ਆਖਿਆ, ਪਰ ਮਾਂ ਨੂੰ ਕੱਜਿਆਂ ਕੀਤਾ ਤੇ ਆਥਣੇ ਗੰਨਿਆਂ ਦੀ ਇੱਕ ਭਰੀ ਸਬਾਤ 'ਚ ਆਈ ਪਈ ਸੀ। ਤੇ ਇੱਕ ਦਿਨ ਬਾਬਾ ਜੀ ਨੇ ਆਖਿਆ, ਜ਼ਰਾ ਬਦਰੇ ਨੂੰ ਤਾਂ ਅੰਦਰ ਸੱਦੀ, ਬਾਹਰ ਬੈਠੇ ਆ। ਮੈਂ ਬਾਹਰ ਜਾ ਕੇ ਆਖਿਆ, ਬਦਰਿਆ ਤੈਨੂੰ ਬਾਬਾ ਜੀ ਸੱਦੇ ਨੇ। ਉਹ ਕੋੜ ਕੇ ਮੇਰੇ ਵੱਲ ਝਾਕਿਆ ਤੇ ਗੁੜ ਗੁੜ ਕਰਕੇ ਹੁੱਕਾ ਪੀਂਦਾ ਰਿਹਾ। ਪਲ ਕੁ ਉਡੀਕ ਕੇ ਮੈਂ ਫਿਰ ਆਖਿਆ, ਬਦਰਿਆ ਤੈਨੂੰ ਬਾਬਾ ਜੀ ਸੱਦੇ ਨੇ। ਚੰਗਾ ਚੰਗਾ, ਉਸਨੇ ਖਿੱਝ ਕੇ ਕਿਹਾ। ਉੱਠ ਕੇ ਮੇਰੇ ਨਾਲ ਹੀ ਅੰਦਰ ਬਾਬਾ ਜੀ ਕੋਲ ਆਇਆ। ਆਉਂਦਿਆਂ ਬੋਲਿਆ, ਮੱਖਾ ਚੌਧਰੀ ਨੂੰ ਆਖਦੇ ਅਖੇ ਮੇਰੀ ਪੋਤੀ ਸ਼ਹਿਰ ਪੜ੍ਹਦਿਆਂ ਅਕਲ ਤਾਂ ਇਸ ਨੂੰ ਡੱਕੇ ਦੀ ਨਹੀਂ। ਕੀ ਹੋ ਗਿਆ? ਬਾਬਾ ਜੀ ਨੇ ਪੁੱਛਿਆ। ਨਾ ਤਾਇਆ, ਨਾ ਚਾਚਾ, ਨਾ ਬਾਬਾ, ਨਾ ਭਾਈ ਆਖਦੀ। ਬਦਰਿਆ ਤੈਨੂੰ ਮੇਰਾ ਬਾਬਾ ਜੀ ਸਾਦੇ ਨੇ। ਨਿਆਣੇ ਐ, ਬਾਬਾ ਜੀ ਨੇ ਹੱਸ ਕੇ ਕਿਹਾ। ਨਿਆਣੀ ਐ? ਇਹ ਤਾਂ ਇਉਂ ਗੱਲਾਂ ਕਰਦੀ ਜਿਵੇਂ ਮੈਂ ਇਸਦਾ ਪੋਤਾ ਲੱਗਦਾ ਹੁੰਨਾ। ਕਤਰੀ ਚਿੱਟੀ ਦਾੜੇ ਵਾਲੇ ਉੱਚੇ ਲੰਬੇ ਕੱਦਰਵਾਰ ਗੁੱਜਰ ਬਦਰੇ ਨੂੰ ਜਦੋਂ ਇਹ ਆਖਿਆ ਤਾਂ ਬਾਬਾ ਜੀ ਨੇ ਮੈਨੂੰ ਕੋਲ ਸੱਦ ਸਮਝਾਇਆ, ਆਪ ਤੋਂ ਵੱਡੇ ਦਾ ਨਾਂ ਨਹੀਂ ਲਈਦਾ। ਬਦਰਾ ਤਾਂ ਤੇਰਾ ਬਾਬਾ ਲੱਗਦਾ। ਤੇ ਸਹਿਰਾ? ਮੈਂ ਪੁੱਛਿਆ। ਉਹ ਤੇਰੀ ਅੰਮਾ ਲੱਗਦੀ ਹੈ। ਉਹ ਤਾਂ ਮੇਰੀ ਵੀ ਅੰਮਾ ਲੱਗਦੀ ਹੈ। ਬਦਰੇ ਬਾਬੇ ਨੇ ਆਪਣੇ ਘਰ ਵਾਲੀ ਬਾਰੇ ਮਜ਼ਾਕ ਕੀਤਾ ਸੀ। ਅਸਲ 'ਚ ਤਾਂ ਤੂੰ ਮੇਰੀ ਧੀ ਹੈ। ਉਸ ਸਾਂਵਲੀ ਸੁਨੱਖੀ ਔਰਤ ਮੇਰੀ ਬੀਬੀ ਨੇ ਇੱਕ ਦਿਨ ਮੈਨੂੰ ਆਪਣੇ ਕੋਲ ਸੱਦ ਕੇ ਆਖਿਆ, ਰੋਜ਼ ਤੂੰ ਆਪਣੀ ਮਾਂ ਜੀ ਕੋਲ ਸੌਂਦੀ ਹੈ, ਅੱਜ ਮੇਰੇ ਕੋਲ ਹੇਠਾਂ ਸੋ ਜੀ। ਉਸਨੇ ਜਿਵੇਂ ਤਰਲਾ ਕੀਤਾ। ਮੈਂ ਕੋਈ ਹਾਂ ਜਾਂ ਨਾ ਨਹੀਂ ਕੀਤੀ। ਰਾਤ ਨੂੰ ਤੈਨੂੰ ਦੜੌਦੀ ਵਿੱਚੋਂ ਮਲਾਈ ਕੱਢ ਕੇ ਦੇਵਾਂਗੀ। ਉਸਨੇ ਲਾਲਚ ਦਿੱਤਾ। ਰਾਤ ਹੋਈ ਤਾਂ ਮੈਂ ਦਾਦੀ ਮਾਂ ਨੂੰ ਆਖਿਆ, ਅੱਜ ਤਾਂ ਮੈਂ ਹੇਠਾਂ ਸੌਂਗੀ। ਕਿਉਂ? ਉਹਨੇ ਪੁੱਛਿਆ। ਉਹ ਕਹਿੰਦੀ ਸੀ ਰਾਤ ਨੂੰ ਤੈਨੂੰ ਤਦੌੜੀ 'ਚੋਂ ਮਲਾਈ ਕੱਢ ਕੇ ਦੇਵਾਂਗੀ। ਚੰਦ ਕੌਰ ਮਾਂ ਤੇਰੀ? ਮੈਂ ਹਾਂ ਵਿੱਚ ਸਿਰ ਹਿਲਾਇਆ। ਮੈਂ ਵੀ ਨਿੱਤ ਕਾਂ ਵੀ ਮੱਖਣੀ ਕਿਉਂ ਘੱਟ ਆਉਂਦੀ ਹੈ? ਖਾਂਦੀ ਹੋਊ ਨਾ ਨਿੱਤ ਰਾਤ ਨੂੰ ਕੱਢ ਕੇ, ਤਾਂ ਹੀ ਤਾਂ ਜਵਾਕੜੀ ਨੂੰ ਆਖਦੀ ਹੈ। ਦਾਦੀ ਮਾਂ ਨੇ ਬਾਬਾ ਜੀ ਨੂੰ ਸੁਣਾ ਕੇ ਸਭ ਦੇ ਸਾਹਮਣੇ ਜਦੋਂ ਗੱਲ ਆਖੀ ਤਾਂ ਸਾਵਲੀ ਸੁਨੱਖੀ ਔਰਤ ਮੇਰੀ ਬੀਬੀ ਨੇ ਹਜ਼ਾਰ ਭਰਾਵਾਂ ਦੀਆਂ ਸਹੁੰਆਂ ਖਾਧੀਆਂ ਕਿ ਉਸ ਨੇ ਕਦੇ ਰਾਤ ਨੂੰ ਦੁੱਧ ਨੂੰ ਨਹੀਂ ਛੇੜਿਆ। ਉਹਲੇ ਤਾਂ ਮੈਨੂੰ ਕੋਲ ਪਾਉਣ ਲਈ ਐਵੇਂ ਆਖਿਆ ਸੀ। ਐਵੇਂ ਨਹੀਂ, ਸੱਚੀ ਆਖਿਆ ਸੀ। ਜਦੋਂ ਮੈਂ ਆਖਿਆ ਤਾਂ ਕਿਸੇ ਨੇ ਉਸ ਦੀ ਗੱਲ 'ਤੇ ਇਤਬਾਰ ਨਾ ਕੀਤਾ। ਇਹ ਗੱਲ 20 ਗਵਾਂਢ ਤੋਂ ਬਿਨਾਂ ਪਟਿਆਲੇ ਵਾਲੀ ਭੂਆ ਜੀ ਨੂੰ ਵੀ ਜਦੋਂ ਦੱਸੀ ਗਈ ਤਾਂ ਸਾਵਲੀ ਸੁਨੱਖੀ ਔਰਤ ਮੇਰੀ ਬੀਬੀ ਬਹੁਤ ਰੋਈ। ਉਸ ਦਿਨ ਮੈਨੂੰ ਉਸ 'ਤੇ ਬੜਾ ਤਰਸ ਆਇਆ। ਅਗਲੇ ਦਿਨ ਦਾਦੀ ਮਾਂ ਨੇ ਫਿਰ ਜਦੋਂ ਮਲਾਈ ਵਾਲੀ ਗੱਲ ਕਿਸੇ ਕੋਲ ਦੁਹਰਾਣੀ ਤੇ ਮੈਂ ਖਿੱਝ ਕੇ ਆਖਿਆ, ਤਾਂ ਕੀ ਹੋ ਗਿਆ ਜੇ ਮਲਾਈ ਖਾ ਵੀ ਲੈਂਦੀ ਸੀ? ਦਾਦੀ ਮਾਂ ਹੈਰਾਨ ਹੋ ਕੇ ਮੇਰੀ ਕੰਨੀ ਝਾਕੀ, ਬੋਲੀ, ਸਿਆਣਿਆਂ ਦੀਆਂ ਕਥੀਆਂ ਤੇ ਅੱਖੇ ਤਿੱਤਰ ਖੰਭੀ ਬਦਲੀ ਰੰਨ ਮਲਾਈ ਖਾਏ, ਉਹ ਵਸੇ ਉਹ ਜੜੇ ਕਦੇ ਨਾ ਖਾਲੀ ਜਾਏ। ਮਲਾਈ ਖਾਣਾ ਕੋਈ ਧੀਆਂ ਭੈਣਾਂ ਦਾ ਕੰਮ ਨੇ? ਤੂੰ ਤਾਂ ਦਾਦੀ ਮਾਂ ਐਵੇਂ ਬੋਲੀ ਜਾਂਦੀ ਹੈ। ਮੈਂ ਆਖਿਆ, ਦੇਖ ਤਾਂ ਕਿਵੇਂ ਲੁੱਤਰ ਜ਼ੁਬਾਨ ਚਲਦੀ ਹੈ।
ਅਜੇ ਜੰਮ ਮੁੱਕੀ ਨਹੀਂ ਨੂੰ ਮੱਤਾਂ ਦਿੰਦੀ ਹੈ। ਕੁੜੀਆਂ ਨੂੰ ਘਰੋਂ ਬਾਹਰ ਪੜ੍ਹਨ ਭੇਜੋ, ਬੁੱਧ ਤਾਂ ਆਪੇ ਭ੍ਰਿਸ਼ਟ ਹੁੰਦੀ ਹੈ। ਬੋਲ ਜੇ ਖਾ ਮੇਰੀ ਕੋਈ ਕੁੜੀ ਮੋਰੇ, ਜਾ ਕਰ ਜੇ ਸਵਾਲ ਜਵਾਬ, ਜੇ ਸੀਰਮੇ ਨਾ ਪੀ ਜਾ, ਗਾਟਾ ਨਾ ਲਾ ਦਿਆਂ, ਧਰਤੀ 'ਚੋਂ ਨਾ ਗੱਡ ਦਿਆਂ। ਕਿਸ਼ਨੀ ਬੁੜੀ ਨੇ ਸਵਾਰ ਦੀ ਚਟਕੀ ਨੱਕ ਵਿੱਚ ਚੜਾਉਂਦੀ ਤਿਉੜੀ ਪਾਈ, ਮੇਰੇ ਬਾਰੇ ਆਖਰੀ ਸੀ। ਕਿਸ਼ਨੀ ਬੁੜੀ ਜਿਹੜੀ ਬਾਬਾ ਜੀ ਦੀ ਵੀ ਚਾਚੀ ਲੱਗਦੀ ਸੀ, ਜਿਸ ਤੋਂ ਸਾਰੇ ਡਰਦੇ ਸਨ, ਬਾਬਾ ਜੀ ਨੂੰ ਆਖਰੀ ਸੀ। ਮਸਾਈ ਇਸ ਦੇ ਜੰਮੀ ਤੋਂ ਹਜ਼ੂਰਾਂ ਸਿਓ ਪੁੱਠ ਪੈਰੀ ਸੋਨੇ ਦੀਆਂ ਮੂਰਤੀਆਂ ਪੁੰਨ ਕਰਦਾ ਫਿਰਦਾ ਸੀ। ਅਖੇ ਪਾਂਦੇ ਨੇ ਕਿਹਾ, ਦੇਖ ਲੈ ਹੁਣ ਉਹੀ ਪੁੱਠੇ ਪੈਰੀ ਮੁੜੀਆਂ ਆਉਂਦੀਆਂ ਨੇ। ਇਹੋ ਜਿਹੀ ਕੜਮੀ ਜੰਮੀ ਹੈ, ਮਗਰ ਭੈਣਾਂ ਦੇ ਲਾਰੇ ਨੂੰ ਸੱਦਾ ਦੇ ਆਈ, 3 ਹੋ ਗਈਆਂ ਨੇ। ਉਹ ਪੁੱਠੇ ਪੈਰੀ ਮੁੜੀਆਂ ਆਉਂਦੀਆਂ ਨੇ। ਇਹੋ ਜਿਹੀ ਕੜਮੀ ਜੰਮੀ ਹੈ, ਮਗਰ ਭੈਣਾਂ ਦੇ ਲਾਰੇ ਨੂੰ ਸੱਦਾ ਦੇ ਆਈ, 3 ਹੋ ਗਈਆਂ ਨੇ। ਨਾ ਨਾ ਕਿਸ਼ਨੀ, ਮੇਰੀਆਂ ਪੋਤੀਆਂ ਕਿਸੇ ਦੇ ਘਰ ਖਾਣ ਨਹੀਂ ਜਾਂਦੀਆਂ। ਇਹਨਾਂ ਦਾ ਭਾਗ ਇਹਨਾਂ ਦੇ ਨਾਲ ਹੈ। ਇਹਨਾਂ ਜੋਗਾ ਰੱਬ ਨੇ ਸਾਨੂੰ ਬਥੇਰਾ ਕੁਝ ਦਿੱਤਾ ਹੋਇਆ, ਤੂੰ ਇਹਨਾਂ ਬਾਰੇ ਕੁਛ ਨਾ ਆਖਿਆ ਕਰ, ਬਾਬਾ ਜੀ ਨੇ ਆਖਿਆ ਸੀ। ਪਤਾ ਲੱਗੂ ਜਦ ਸੜੇ ਦੇ ਜੱਟਾਂ ਮੂਹਰੇ ਹੱਥ ਬੰਨਣੇ ਪਏ। ਇੰਨਿਆਂ ਦੇ ਵਿਆਹ ਕਰਦੇ ਤਾਂ ਘਰ ਦਾ ਬਾਹਰ ਦੂਜੇ ਪਾਸੇ ਲੱਗ ਜੂ। ਲੋ ਹੈ ਅੰਮਾ ਜੀ, ਇਸ ਘਰ ਦੀਆਂ ਧੀਆਂ ਅਗਲੀਆਂ ਪੱਲੇ ਅੱਡ ਅੱਡ ਕੇ ਮੰਗਣੀਆਂ ਨੇ। ਹੱਥ ਬਾਬਾ ਜੀ ਨੇ ਕਿਸੇ ਮੋਹਰੇ ਕਿਉਂ ਬੰਨਣੇ ਨੇ? ਬਾਬਾ ਜੀ ਦੀ ਤਾਂ ਕੁੰਡ ਕੱਢੀ ਭਾਂਡੇ ਮਾਂਜਰੀ ਸਿਆਣੇ ਨੈਣ ਨੂੰ ਜਵਾਬ ਦਿੱਤਾ। ਚੱਲ ਕਿਸ਼ਨੀ, ਧੀਆਂ ਪਿੱਛੇ ਜਾਗੀ ਹੱਥ ਬੰਦੇ, ਮੈਂ ਬੰਨ ਲੂੰ ਤਾਂ ਕੀ ਹੈ, ਬਾਬਾ ਜੀ ਨੇ ਕਿਹਾ। ਮੱਖਾ ਤੇਰਾ ਤਾਂ ਨੇੜਾ ਹੀ ਨਹੀਂ ਲਿਆ ਜਾਂਦਾ। 20 ਕੋਹਾਂ 'ਚ ਤੇਰਾ ਨਾਂ ਵੱਜਦਾ। ਕੋਈ ਸਰਕਾਰੋਂ ਦਰਬਾਰੋਂ ਆਵੇ ਤਾਂ ਪਹਿਲਾਂ ਤੇਰੇ ਘਰ ਆ ਵੜਦਾ। ਹੁਣ ਜਿੱਦਣ ਕੀ ਗੁਲਾਬ ਕੌਰ ਵਿਆਹੀ ਹੈ, ਤੇਰੀ ਤਾਂ ਉਹੀ ਸਮਾਨ ਕਤੂਰੇ ਭੌਂਕਦੇ ਨੇ, ਤੂੰ ਕਿਸ ਨੂੰ ਕੀ ਬਿੱਧਦਾ? ਕਿਸ਼ਨੀ ਬੁੜੀ ਬੋਲੀ। ਦਾਦੀ ਮਾਂ ਪਰੇ ਨੂੰ ਮੂੰਹ ਕਰੀ ਹੱਸ ਰਹੀ ਸੀ। ਸਾਡੇ ਪਿੰਡ 'ਚ ਇੱਕ ਅੰਮਾ ਕਿਸ਼ਨੀ ਹੀ ਸੀ ਜਿਹੜੀ ਬਾਬਾ ਜੀ ਨੂੰ ਇਉਂ ਬੋਲ ਸਕਦੀ ਸੀ। ਇੱਕ ਦਿਨ ਮੇਰੀ ਬੀਬੀ ਨੇ ਇਸ ਬਾਤ ਸੰਭਰੀ ਤੇ ਕੂੜਾ ਤਬਾੜ ਕੇ ਪਾ ਕੇ ਮੈਨੂੰ ਆਖਣ ਲੱਗੀ, ਬਾਹਰ ਬੰਦੇ ਬੈਠੇ ਨੇ, ਮੈਂ ਕਿੱਥੇ ਜਾਊਂਗੀ, ਤੂੰ ਇਹ ਵਿਹੜੇ ਵਿੱਚ ਸੁੱਟਿਆ। ਮੈਂ ਆਖਿਆ, ਨਹੀਂ, ਮੈਂ ਕੂੜਾ ਨਹੀਂ ਚੁੱਕਣਾ। ਉਸਨੇ ਫੇਰ ਆਖਿਆ। ਮੈਂ ਫਿਰ ਨਾ ਕਰਤੀ। ਉਸਨੇ ਝਿੜਕ ਕੇ ਮੱਲੋ ਮੱਲੀ ਕੂੜਾ ਵਾਲਾ ਤਬਾਕੜਾ ਮੈਨੂੰ ਫੜਾ ਦਿੱਤਾ। ਮੈਂ ਆਕੜੀ ਅਕੜਾਈ ਨੇ ਉੱਥੇ ਹੀ ਸਿੱਟ ਦਿੱਤਾ। ਸੰਭਰੇ ਸੂਰੇ ਥਾਂ ਉੱਥੇ ਜਦੋਂ ਮੁੜ ਕੂੜਾ ਖਿੰਡ ਗਿਆ, ਉਸਨੇ ਕੱਸ ਕੇ ਮੇਰੇ ਇੱਕ ਥੱਪੜ ਮਾਰਿਆ, ਇੱਕ ਹੋਰ ਮਾਰਿਆ। ਮੈਂ ਐਡੀ ਉੱਚੀ ਰੋਈ ਕਿ ਦਾਦੀ ਮਾਂ ਅੰਦਰੋਂ ਤੇ ਬਾਬਾ ਜੀ ਬਾਹਰੋਂ ਨੱਠੇ ਆਏ। ਸਾਰੀ ਗੱਲ ਪਤਾ ਲੱਗਣ ਤੇ ਬਾਬਾ ਜੀ ਨੇ ਬਹੁਤ ਗੁੱਸੇ ਵਿੱਚ ਆਖਿਆ ਸੀ ਕਿ ਇਹ ਹੀਰਾ ਸਿਉਂ ਦੀ ਧੀ ਨਹੀਂ, ਹਜ਼ੂਰਾਂ ਸਿਉਂ ਦੀ ਪੋਤੀ ਹੈ, ਇਹ ਕੂੜਾ ਚੱਕੂਗੀ? ਨਾ ਮੈਂ ਪੁੱਛਦਾ ਸਾਂ, ਸਮਝਿਆ ਕੀ ਇਸ ਨੂੰ। ਤੇ ਉਸ ਦਿਨ ਉਹ ਸਾਵਲੀ ਸੁਨੱਖੀ ਔਰਤ ਮੇਰੀ ਬੀਬੀ ਫਿਰ ਬਹੁਤ ਰੋਈ ਸੀ। ਜੇ ਦਲੀਪ ਕੌਰ ਕੁੜੀ ਦੀ ਥਾਂ ਮੁੰਡਾ ਹੁੰਦੀ ਫੇਰ ਨਹੀਂ ਸੀ ਮੈਂ ਕਿਸੇ ਦੇ ਲੈਣ ਦਾ। ਕਾਕਾ ਜਦੋਂ ਦਾ ਸ਼ਰਾਬ ਪੀਣ ਲੱਗ ਪਿਆ, ਸੰਸਾਈ ਵੱਡ ਖਾਂਦੀ ਹੈ। ਵੀ ਬਣੂ ਕੀ ਇਸ ਘਰ ਦਾ? ਬੜੀ ਉਮਰ ਦੇ ਬਿਸ਼ਨੇ ਪਾਉਂਦੇ ਤੇ ਜੰਤਰੀ ਖੁਲਵਾ ਕੇ ਪੁੱਛਦਾ ਪਵਾਉਂਦਾ ਗ੍ਰਹਿ ਦਿਸ਼ਾ ਪੁੱਛਦੇ ਬਾਬਾ ਜੀ ਆਖਰੇ ਸਨ। ਅਸਲ 'ਚ ਜਜਮਾਨ ਤੁਹਾਡੇ ਕਰਮਾਂ 'ਚ ਪੁੱਤਰ ਧਨ ਨਹੀਂ ਸੀ, ਇਹ ਤਾਂ ਬਾਬਾ ਮਾੜੂ ਦਾਸ ਨੇ ਆਪਣੇ ਸੇਵਕ ਦੀ ਬੇਨਤੀ ਮੰਨ ਕੇ ਪੁੱਤਰ ਬਖਸ਼ ਦਿੱਤਾ। ਤੇ ਨਾ ਜਾਣੇ ਕਿਸ ਦੀ ਆਤਮਾ ਨੂੰ ਦੇਹ ਧਾਰ ਕੇ ਤੁਹਾਡੇ ਘਰ ਪੁੱਤਰ ਬਣ ਜਨਮਾ ਪਿਆ। ਹਰ ਆਤਮਾ ਆਪਣੇ ਸੰਸਕਾਰ ਨਾਲ ਲੈ ਕੇ ਆਉਂਦੀ ਹੈ, ਨਹੀਂ ਤਾਂ ਅਜਿਹੇ ਘਰ ਮਾਸ ਸ਼ਰਾਬ ਦਾ ਕੀ ਕੰਮ ਸੀ? ਬਿਸ਼ਨਾ ਪ੍ਰੋਹਿਤ ਦੱਸ ਰਿਹਾ ਸੀ। ਕੋਈ ਉਪਾਅ ਦੱਸੋ ਪ੍ਰੋਹਿਤ ਜੀ, ਮੋਰੇ ਧੀਆਂ ਹੀ ਧੀਆਂ ਹੋ ਗਈਆਂ। ਦਾਦੀ ਮਾਂ ਨੇ ਪੁੱਜਾ ਦਸ਼ਣਾ ਦਾ ਸੀਦਾ ਕੋਲ ਧਰਦਿਆਂ ਆਖਿਆ। ਉਪਾਅ ਬਸ ਇਹੀ ਹੈ ਕਿ ਸਤਵਾਹ ਕਰਵਾ ਦਿਓ, ਗਊ ਨੂੰ ਪੇੜਾ ਦਿਆ ਕਰੋ, ਇੱਕ ਬਾਸੀ ਰੋਟੀ ਤੇਲ ਨਾਲ ਚੋਪੜ ਕੇ ਕੁੱਤੇ ਨੂੰ ਪਾਇਆ ਕਰੋ, ਪ੍ਰਭੂ ਨੂੰ ਸਿਮਰਿਓ, ਅਗਲੀ ਦਫਾ ਲੜਕਿਆਂ ਦਾ ਯੋਗ ਹੈ, ਇਸੇ ਦੇ ਹੋਜੂ ਮੁੰਡਾ ਜਾਂ ਵਿਆਹ ਹੋਰ ਕਰਨਾ ਪਊ। ਕਈ ਵਾਰੀ ਆਦਮੀ ਦੇ ਕਰਮਾਂ 'ਚ ਤਾਂ ਪੁੱਤਰ ਹੁੰਦਾ, ਤੀਵੀਂ ਦੇ ਨਹੀਂ ਹੁੰਦਾ, ਫਿਰ ਹੋਰ ਵਿਆਹ ਕੀਤਿਆਂ ਹੀ ਪੂਰਾ ਫਟਦਾ। ਦਾਦੀ ਮਾਂ ਨੇ ਪੁੱਛਿਆ। ਇਹ ਫੇਰ ਵਿਚਾਰ ਕੇ ਦੱਸਾਂਗੇ, ਪਰੇ ਤੁਰੀ ਫਿਰ ਰਹੀ ਬੀਬੀ ਨੇ ਦੇਖ ਸਿਆਣੇ ਪੰਡਿਤ ਦੀ ਗੱਲ ਟਾਲ ਦਿੱਤੀ। ਤੇ ਇੱਕ ਦਿਨ ਰਾਤ ਵੇਲੇ ਪਤਾ ਨਹੀਂ ਕਿਸ ਗੱਲ ਤੋਂ ਖਿੱਚ ਕੇ ਬਾਪੂ ਜੀ ਤਲਵਾਰ ਕੱਢ ਲਿਆਏ। ਅੱਜ ਤੈਨੂੰ ਜਿਉਂਦੀ ਨਹੀਂ ਛੱਡਣਾ, ਆਖ ਜਦੋਂ ਉਹ ਬੀਬੀ ਵੱਲ ਵਧੇ, ਮੈਂ ਕਾਲੀ ਨਾਲ ਚੀਕਾਂ ਮਾਰਦੀ ਆਪਣੀ ਬੀਬੀ ਦੇ ਗਲ ਨੂੰ ਜਾਲ ਚੰਬੜੀ। ਉਹ ਗੁੱਸੇ ਨਾਲ ਮੈਨੂੰ ਧੁੰਦੇ ਰਹੇ, ਪਰ ਮੈਂ ਬੀਬੀ ਨੂੰ ਨਹੀਂ ਛੱਡਿਆ। ਇੰਨੇ ਨੂੰ ਚੁਬਾਰੇ ਵਿੱਚੋਂ
ਦੀ ਪੌੜੀ ਉਤਰ ਕੇ ਦਾਦੀ ਮਾਂ ਅਤੇ ਕੁਝ ਲੋਕ ਉੱਥੇ ਪਹੁੰਚ ਗਏ। ਦਾਦੀ ਮਾਂ ਨੇ ਤਲਵਾਰ ਖੋਹ ਲਈ। ਬਾਪੂ ਜੀ ਨੂੰ ਗਾਲਾਂ ਵੀ ਕੱਢੀਆਂ। ਨਿੱਜ ਹੋਇਆ ਗਿਆ ਘਰਦਿਆਂ, ਧਰਤੀ ਤੇ ਤੀਵੀਂ ਤੇ ਕੀ ਹੱਥ ਚੱਕਣਾ ਹੋਇਆ, ਨਾਲੇ ਦੁਸ਼ਟਾਂ ਭਜਨ ਪਾਠ ਕਰਨ ਵਾਲੀਆਂ ਪੱਟੇ ਜਮਾਂਗੇ, ਹਾਂ ਪੈਜੂ ਦਰਗਾਹ ਧੱਕਿਆਂ ਜਮਾਂਗੇ। ਇਹ ਤਾਂ ਇਸ ਪਟੀਜ਼ੋ ਜੀ ਨੇ ਪੇਸ਼ ਨਹੀਂ ਜਾਣ ਦਿੱਤੀ। ਨਹੀਂ ਦੱਸਦਾ ਅੱਜ ਇਸ ਨੂੰ ਪਤਾ। ਬਾਬੂ ਜੀ ਨੇ ਤਲਵਾਰ ਪਰੇ ਸੁੱਟਦਿਆਂ ਕੋਟ ਪਾ ਕੇ ਬਾਹਰ ਨੂੰ ਜਾਂਦਿਆਂ ਕਿਹਾ, ਲੈ ਦੇਖਿਆ ਫਿਰ ਇਸ ਨੇ, ਕਹਿੰਦੇ ਨੇ ਆਪਣਾ ਖੂਨ ਮਰਨੋਂ ਨਹੀਂ ਡਰੀ, ਮੂਰੇ ਹੋ ਗਈ। ਸ਼ਰਾਬੀ ਬੰਦੇ ਦਾ ਭੂਤ ਹੁੰਦਾ, ਨਾਲੇ ਇਸ ਦਾ ਕਿਸੇ ਨੇ ਕੀ ਵਿਗਾੜ ਲੈਣਾ ਸੀ। ਪੁਲਿਸ ਇਹਨਾਂ ਦੇ ਘਰ ਦੀ ਜਦੋਂ ਜਾਂਦੀ, ਜੱਟ ਦੀ ਧੀ ਜਾਂਦੀ, ਕਿਸ਼ਨੀ ਬੁੜੀ ਉੱਚੀ ਉੱਚੀ ਆਖ ਰਹੀ ਸੀ। ਬਾਬਾ ਜੀ ਨੇ ਵਾਂਢਿਓ ਆਇਆਂ ਨੂੰ ਜਦੋਂ ਮੈਂ ਸਾਰੀ ਗੱਲ ਦੱਸੀ, ਉਹ ਸਿਰ ਫੜ ਕੇ ਬੈਠ ਗਏ। ਹੁਣ ਨਹੀਂ ਕੋਈ ਟਿਕਾਣਾ ਇਸ ਘਰ ਦਾ। ਮੇਰਾ ਖਿਆਲ ਹੈ ਇਸ ਦਾ ਆਪਾਂ ਹੋਰ ਵਿਆਹ ਕਰ ਦਈਏ। ਅਜਿਹੇ ਘਰ ਜਿੱਥੇ ਅਗਲੀ ਦੇ 5-4 ਭਾਈ ਹੋਣ, ਨਾਲੇ ਕੁੜੀ ਹੋਵੇ ਸੁਨੱਖੀ ਜਿਹੜੀ ਇਸ ਨੂੰ ਕਾਬੂ 'ਚ ਰੱਖੇ। ਬਾਬਾ ਜੀ ਨੇ ਬੀਬੀ ਨੂੰ ਤੇ ਦਾਦੀ ਮਾਂ ਨੂੰ ਸੱਦ ਕੇ ਸਲਾਹ ਕੀਤੀ। ਜਿਵੇਂ ਤੁਹਾਡੀ ਮਰਜ਼ੀ ਕਰ ਲਓ, ਬੀਬੀ ਨੇ ਰੋ ਕੇ ਆਖਿਆ। ਉਸ ਦਿਨ ਨਿੱਕੀਆਂ ਨਿੱਕੀਆਂ ਕੁੜੀਆਂ ਨਾਲ ਖੇਡਦਿਆਂ ਮੈਂ ਦੱਸਿਆ, ਮੇਰੇ ਬਾਪੂ ਜੀ ਦਾ ਅਸੀਂ ਇੱਕ ਹੋਰ ਵਿਆਹ ਕਰਾਂਗੇ।